ਜੇ ਇੱਕ ਟੱਬਰ ਨੂੰ ਵੀ ਸਮਝ ਆ ਜਾਏ ਕਿ ਅਸੀਂ ਬੱਚਿਆਂ ਨੂੰ ਕਿਸ ਰਾਹ ਪਾਣਾ ਜੇ, ਤਾਂ ਮੈਨੂੰ ਲੱਗਦਾ ਸਾਡਾ ਅੱਜ ਦਾ ਪ੍ਰੋਗਰਾਮ ਸਫਲ ਹੋ ਜਾਏਗਾ। ਬੱਚਿਆਂ ਨੂੰ, ਨਿੱਕੇ ਨਿੱਕੇ ਬਾਲਾਂ ਨੂੰ ਮੋਬਾਈਲ ਸਾਹਮਣੇ ਰੱਖ ਕੇ ਜੇ ਉਹ ਗੇਮਸ ਜੋ ਉਹ ਖੇਡਦੇ ਨੇ, ਜਿਹਦੇ ਵਿੱਚ ਉਹ ਗੇਮਾਂ ਰਾਹੀਂ ਸਿਰਫ ਤੇ ਸਿਰਫ 2 ਘੰਟੇ ਜਾਂ 1.5 ਘੰਟੇ ਦੇ ਅੰਦਰ ਅੰਦਰ ਹੀ ਉਹਨਾਂ ਦੇ ਸਰੀਰ ਅੰਦਰ ਇੰਨੀ ਡੋਪਾਮੀਨ ਨਿਕਲ ਜਾਂਦੀ ਜੇ ਕਿ ਉਹ ਉਸ ਦੇ ਆਦੀ ਐਡਿਕਸ਼ਨ, ਇੱਥੋਂ ਤੱਕ ਕਿ ਉਹਨਾਂ ਨੂੰ ਮਾਨਸਿਕ ਰੋਗੀ ਬਣਨ ਤੱਕ ਪਹੁੰਚ ਜਾਂਦੇ। ਬੱਚੇ ਜਦੋਂ ਬਾਹਰ ਖੇਡਣ ਜਾਂਦੇ ਸਨ, ਉਹਨਾਂ ਵਿੱਚ ਇੱਕ ਸਾਂਝ ਗੰਢੀ ਜਾਂਦੀ ਸੀ ਕਿ ਮੈਂ ਦੂਜੇ ਲਈ ਵੀ ਕੁਝ ਕਰਨਾ, ਇੱਕ ਟੀਮ ਵਰਕ ਹੁੰਦਾ ਸੀ ਕਿ ਕਿਸੇ ਇੱਕ ਨੂੰ ਸੱਟ ਵੱਜ ਜਾਣੀ ਤਾਂ ਸਾਰਿਆਂ ਨੇ ਉਹਦੇ ਮਦਦ ਲਈ ਖੜੇ ਹੋਣਾ। ਕਿਸੇ ਨੇ ਦੌੜ ਕੇ ਪਾਣੀ ਲਿਆਣਾ, ਕਿਸੇ ਨੇ ਪੱਟੀ ਲਿਆਣੀ, ਕਿਸੇ ਨੇ ਦਵਾਈ ਚੁੱਕਣੀ। ਤੇ ਕਦੇ ਵੇਖਿਓ ਕਿ ਕਿੰਨੇ ਟੈਂਸ ਬੱਚੇ ਬੈਠੇ ਹੁੰਦੇ ਨੇ, ਕਿਵੇਂ ਇਸ ਤਰ੍ਹਾਂ ਹੱਥਾਂ ਤੇ ਦੱਬਿਆ ਹੋਇਆ ਤੇ ਲਗਾਤਾਰ ਇਸ ਤਰ੍ਹਾਂ ਹਿੱਲੀ ਜਾਣਾ ਤੇ ਪੂਰੀ ਜ਼ੋਰ ਦੀ ਉਹਨੂੰ ਮਾਰਨਾ, ਢਹਿ ਢੇਰੀ ਕਰਨਾ। ਉਸ ਬੱਚੇ ਨੇ ਜਿਸ ਤਰੀਕੇ ਦਾ ਮਾਨਸਿਕ ਰੋਗੀ ਬਣ ਕੇ ਨਿਕਲਣਾ, ਉਹ ਸਾਡੇ ਸਾਹਮਣੇ ਨੇ। ਛੋਟੇ ਛੋਟੇ ਬੱਚਿਆਂ ਨੂੰ ਜਿਸ ਤਰੀਕੇ ਦੀ ਬਲੱਡ ਪ੍ਰੈਸ਼ਰ ਦਾ ਵਾਧਾ ਜਾਂ ਇਹਨਾਂ ਵਿੱਚ ਮੈਟਾਬੋਲਿਕ ਸਿੰਡਰੋਮ ਜੋ ਇਸ ਵੇਲੇ ਦਿਖਣ ਲੱਗ ਚੁੱਕੇ ਨੇ, ਇਹ ਕਈ ਕਿਸਮਾਂ ਦੇ ਰੋਗ ਨੇ ਜਿਹੜੇ ਉਹਨਾਂ ਨੂੰ ਲੱਗ ਗਏ। ਤੇ ਸਾਡਾ ਯੂਥ ਡਿਪਰੈਸ਼ਨ, ਤੁਸੀਂ ਕਦੇ ਧਿਆਨ ਕਰਿਓ ਜੇ ਤੁਸੀਂ ਕਦੇ ਵੀ ਵੇਖਿਆ ਹੋਵੇ ਕਿ ਕੋਈ ਸਿਆਸਤਦਾਨ ਆ ਰਿਹਾ ਹੋਵੇ, ਉਹਦੇ ਆਸ-ਪਾਸ ਖੜੇ ਹੋਣ ਜਿਹੜੇ ਲੋਕ, ਉਹ ਉਹਨਾਂ ਦੇ ਜੋ ਹਥਿਆਰ ਫੜੀ ਉਹਨਾਂ ਨੂੰ ਬਚਾਉਣ ਵਾਲੇ ਨੇ, ਉਹ ਆਮ ਲੋਕਾਂ ਨੂੰ, ਤੁਹਾਡੇ ਮੇਰੇ ਵਰਗਿਆਂ ਨੂੰ ਜਿਸ ਤਰੀਕੇ ਧੱਕੇ ਮਾਰਦੇ ਨੇ ਜੀ, ਤੁਸੀਂ ਯਾਨੀ ਉਹਨਾਂ ਨੂੰ ਲੱਗਦਾ ਕਿ ਅਸੀਂ ਕਿਤੇ ਕਿਸੇ ਪਾਵਰਫੁਲ ਚੀਜ਼ ਵਿੱਚ ਆ, ਬਾਕੀ ਖਰੇ ਕੀੜੇ ਮਕੌੜੇ ਹੀ ਨੇ, ਇਹਨਾਂ ਨੂੰ ਪਰਾਂ ਤੱਕ ਸਕਦੇ ਆ। ਇੱਕ ਮੰਤਰੀ ਤੱਕ ਬਣ ਜਾਣਾ, ਐਡਾ ਵੱਡਾ ਅਹੁਦਾ ਹੋਣਾ, ਸਾਰਾ ਕੁਝ ਹਾਸਲ ਹੋਵੇ, ਲੋਕ ਤਰਸਦੇ ਹੋਣ ਉੱਥੇ ਜਾਣ ਨੂੰ, ਚੁਫੇਰੇ ਤੁਹਾਨੂੰ ਬਚਾਉਣ ਲਈ ਲੋਕ ਖੜੇ ਹੋਣ, ਹਰ ਚੀਜ਼ ਤੁਹਾਡੇ ਕੋਲ ਮੁਫਤ ਹੁਕਮ ਚੱਲਦਾ ਹੋਏ, ਤੇ ਤੁਸੀਂ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਹੋ। ਹੈਰਾਨ ਹੋਈਦਾ, ਨਾ ਮਾਪਿਆਂ ਨੂੰ ਪਤਾ ਨਾ ਬੱਚਿਆਂ ਨੂੰ, ਕਿ ਇੰਨੀ ਭਾਰੀ ਗਿਣਤੀ ਵਿੱਚ ਨੌਜਵਾਨ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀਆਂ ਹੁਣ ਦਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਅਸੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਕਿਚ ਸੁਣੀਏ ਕਿਚ ਕਹੀਏ। ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਝਾਤ ਮਾਰਦੇ ਹਾਂ ਵੱਖੋ ਵੱਖਰੇ ਟੌਪਿਕਸ ਬਾਰੇ, ਖਾਸ ਕਰਕੇ ਉਹਨਾਂ ਗੱਲਾਂ ਤੇ ਝਾਤ ਮਾਰੀ ਜਾਂਦੀ ਹੈ ਜਿਨ੍ਹਾਂ ਨੂੰ ਅਸੀਂ ਆਮ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਬੈਠ ਕੇ ਤਾਂ ਕਰਦੇ ਹਾਂ, ਪਰ ਸੋਚਦੇ ਹਾਂ ਕਿ ਇਹਦਾ ਹੱਲ ਕੀ ਹੋਵੇ, ਕੌਣ ਹੋਵੇ ਜਿਹੜਾ ਇਹਦੇ ਬਾਰੇ ਸੁਝਾਅ ਦੇ ਸਕੇ, ਜਿਸ ਨੂੰ ਇਹਦੇ ਬਾਰੇ ਸਵਾਲ ਕਰ ਸਕੀਏ, ਜਿੱਥੋਂ ਸਾਨੂੰ ਬਣਦਾ ਸਿੱਟਾ ਜਿਹੜਾ ਉਹ ਨਿਕਲਦਾ ਨਜ਼ਰ ਆਵੇ। ਸੋ ਉਹਨਾਂ ਸਾਰੇ ਹੀ ਟੌਪਿਕਸ ਨੂੰ, ਉਹਨਾਂ ਸਾਰੇ ਹੀ ਸੁਝਾਵਾਂ ਨੂੰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਹਾਂ, ਤਾਂ ਉਹਨਾਂ ਤੇ ਹੀ ਗੱਲਬਾਤ, ਵਿਚਾਰ ਚਰਚਾ ਹੁੰਦੀ ਹੈ, ਜਿਸ ਦੇ ਲਈ ਅਕਸਰ ਸਾਡੇ ਨਾਲ ਪਟਿਆਲਾ ਤੋਂ ਜੁੜਦੇ ਨੇ ਡਾਕਟਰ ਹਰਸ਼ਿੰਦਰ ਕੌਰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਤੇ ਸਾਡੇ ਜਿੰਨੇ ਵੀ ਮੇਰਾ ਖਿਆਲ ਸੁਣ ਸਕਦੇ ਨੇ, ਵੇਖ ਸਕਦੇ ਨੇ, ਸਾਰਿਆਂ ਨੂੰ ਬਹੁਤ ਬਹੁਤ ਨਿੱਘੀ ਫਤਿਹ ਜੀ। ਅਕਸਰ ਮੈਂ ਕਹਿੰਦੀ ਹੁੰਦੀ ਹਾਂ ਕਿ ਵੈਸੇ ਤਾਂ ਮੈਮ ਦੀ ਇੰਟਰੋ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਪੂਰੇ ਸੰਸਾਰ ਭਰ ਦੇ ਵਿੱਚ ਵਸਦੇ ਲੋਕ ਇਹਨਾਂ ਨੂੰ ਜਾਣਦੇ ਨੇ ਕਿ ਪੇਸ਼ੇਵਰ ਇਹ ਬੱਚਿਆਂ ਦੇ ਮਾਹਿਰ ਡਾਕਟਰ ਨੇ, ਤੇ ਨਾਲ ਨਾਲ ਇੱਕ ਅੱਛੇ ਸਮਾਜ ਸੁਧਾਰਕ ਕਹਿ ਲਈਏ ਆਪਾਂ। ਹਰ ਚੀਜ਼ ਨੂੰ, ਹਰ ਕੋਈ ਵੀ ਕਿਤੇ ਵੀ ਕੋਈ ਵੀ ਗੱਲ ਹੁੰਦੀ ਹੈ ਤਾਂ ਉਸ ਦੇ ਲਈ ਆਪਣੀ ਆਵਾਜ਼ ਬੁਲੰਦ ਕਰਦੇ ਨੇ। ਤਕਰੀਬਨ ਸਾਰੇ ਜਿੰਨੇ ਵੀ ਟੈਲੀਵਿਜ਼ਨ ਮੀਡੀਆ ਨੇ, ਜਿੰਨੇ ਵੀ ਚੈਨਲਸ ਨੇ, ਉਹਨਾਂ ਤੇ ਤੁਸੀਂ ਇਹਨਾਂ ਦੇ ਇੰਟਰਵਿਊਜ਼ ਸੁਣਦੇ ਹੋ, ਵੇਖਦੇ ਹੋ, ਅਖਬਾਰਾਂ ਦੇ ਵਿੱਚ ਇਹਨਾਂ ਦੇ ਆਰਟੀਕਲ ਛਪਦੇ ਨੇ, ਲੇਖ ਛਪਦੇ ਨੇ, ਤਾਂ ਉੱਥੇ ਤੁਸੀਂ ਪੜ੍ਹਦੇ ਹੋ ਤਾਂ ਬਹੁਤ ਚੰਗਾ ਲੱਗਦਾ ਕਿ ਜਦੋਂ ਮੇਰੇ ਵੀ ਜਾਣਕਾਰ ਮੈਨੂੰ ਮਿਲਦੇ ਨੇ ਤਾਂ ਉਹ ਵੀ ਮੈਨੂੰ ਕਹਿੰਦੇ ਨੇ ਵੀ ਅੱਛਾ ਅਸੀਂ ਤੁਹਾਡਾ ਸ਼ੋਅ ਦੇਖਦੇ ਹਾਂ ਜੇ ਤੁਸੀਂ ਡਾਕਟਰ ਹਰਸ਼ਿੰਦਰ ਕੌਰ ਨਾਲ ਕਰਦੇ ਹੋ। ਤਾਂ ਫੇਸਬੁੱਕ ਤੇ YouTube ਤੇ ਬਹੁਤ ਸਾਰੇ ਸੁਨੇਹੇ ਤੁਹਾਡੇ ਸਾਨੂੰ ਮਿਲਦੇ ਨੇ। ਬਹੁਤ ਚੰਗਾ ਲੱਗਦਾ ਕਿ ਤੁਸੀਂ ਇਸ ਸ਼ੋਅ ਲਈ ਬਹੁਤ ਕਈ ਵਾਰੀ ਜਦੋਂ ਤੁਹਾਨੂੰ ਕਿਤੇ ਦੇਖਣ ਨੂੰ ਵੀ ਨਹੀਂ ਮਿਲਦਾ, ਫਿਰ ਵੀ ਤੁਸੀਂ ਸੁਨੇਹਾ ਭੇਜਦੇ ਹੋ ਕਿ ਇਸ ਹਫਤੇ ਤੁਹਾਡਾ ਸ਼ੋਅ ਵੇਖਣ ਨੂੰ ਨਹੀਂ ਮਿਲਿਆ ਜੀ, ਤਾਂ ਆਪਾਂ ਤੁਹਾਨੂੰ ਉਹਦਾ ਲਿੰਕ ਵੀ ਪ੍ਰੋਵਾਈਡ ਕਰਵਾਉਂਦੇ ਹਾਂ। ਸੋ ਚੰਗਾ ਲੱਗਦਾ, ਇਸੇ ਤਰੀਕੇ ਹੀ ਸਾਡੇ ਨਾਲ ਬਣੇ ਰਿਹਾ ਕਰੋ, ਕਿਉਂਕਿ ਇਸ ਸ਼ੋਅ ਦੇ ਵਿੱਚ ਇੱਕ ਆਪਣਤ ਹੁੰਦੀ ਆ। ਇਸ ਸ਼ੋਅ ਦੇ ਵਿੱਚ ਅਸੀਂ ਜ਼ਰੂਰੀ ਨਹੀਂ ਕਿ ਬਿਮਾਰੀਆਂ ਦੇ ਨਾਲ ਰਿਲੇਟਡ ਹੀ ਗੱਲਾਂ ਕਰਦੇ ਹਾਂ, ਜ਼ਰੂਰੀ ਨਹੀਂ ਕਿ ਅਸੀਂ ਕ੍ਰਾਈਮ ਦੇ ਨਾਲ ਰਿਲੇਟਡ ਹੀ ਗੱਲਾਂ ਕਰਦੇ ਹਾਂ। ਇਹਦੇ ਵਿੱਚ ਸਾਰੀਆਂ ਘਰੇਲੂ ਗੱਲਾਂ ਜਿਨ੍ਹਾਂ ਦੀ ਇੱਕ ਆਮ ਇਨਸਾਨ ਨੂੰ ਜ਼ਰੂਰਤ ਹੈ, ਉਹ ਗੱਲਾਂ ਜਿੱਥੋਂ ਇਨਸਾਨ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਸਿਰਫ ਅੱਜ ਦੇ ਨਾਲ ਆਧਾਰਿਤ ਨਹੀਂ, ਆਉਣ ਵਾਲੇ ਭਵਿੱਖ ਦੇ ਨਾਲ
ਜਾਂ ਫਿਰ ਅਸੀਂ ਕਹਿ ਸਕਦੇ ਹਾਂ ਜੋ ਸਾਡਾ ਬੀਤਿਆ ਹੋਇਆ ਸਮਾਂ, ਇਤਿਹਾਸ ਦੇ ਵਿੱਚ ਕੀ ਕੁਝ ਖਾਸ ਰਿਹਾ, ਉਹ ਸਾਰੀਆਂ ਗੱਲਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜੋੜਿਆ ਜਾਂਦਾ ਹੈ। ਆਧਾਰ ਬਣਾ ਕੇ ਉਹਨਾਂ ਤੇ ਸੱਟਾ ਭਰਪੂਰ ਗੱਲਾਂ ਨੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ। ਕਈ ਦਰਸ਼ਕ ਅਜਿਹੇ ਵੀ ਨੇ ਜਿਨ੍ਹਾਂ ਦੀ ਗੱਲ ਨਹੀਂ ਬਣਦੀ, ਜਿਨ੍ਹਾਂ ਨੂੰ ਲੱਗਦਾ ਹੈ ਵੀ ਇੱਥੇ ਤਾਂ ਜੀ ਆਹ ਚੀਜ਼ ਐਵੇਂ ਗਲਤ ਹੋ ਰਹੀ ਹੈ, ਇੱਥੇ ਤਾਂ ਜੀ ਤੁਹਾਡੇ ਤੋਂ ਇਹ ਸ਼ਬਦ ਗਲਤ ਕਿਹਾ ਗਿਆ, ਜਾਂ ਫਿਰ ਇਹ ਜਿਹੜਾ ਖੋਜ ਹੈ ਉਸ ਤੇ ਵੀ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਉੱਠਦੇ ਨੇ। ਤੁਹਾਡੇ ਸਵਾਲ ਤੇ ਤੁਹਾਡੇ ਸੁਝਾਅ ਅਕਸਰ ਸਿਰ ਮੱਥੇ ਹੁੰਦੇ ਨੇ। ਇਸ ਲਈ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕਹਿੰਦੇ ਹੁੰਦੇ ਆ ਕਿ ਜਿਹੜਾ ਵੀ ਕੋਈ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖਣ ਕਨਿਓ ਰਹਿ ਜਾਂਦਾ, ਫੇਸਬੁੱਕ ਤੇ YouTube ਦੇ ਜ਼ਰੀਏ, ਕਮੈਂਟਸ ਦੇ ਜ਼ਰੀਏ ਆਪਣੇ ਸਵਾਲ ਤੇ ਸੁਝਾਅ ਜ਼ਰੂਰ ਰੱਖਿਆ ਕਰੋ। ਉਹ ਸਾਡੇ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦੇ ਨੇ। ਸੋ ਮੈਮ, ਆਪਣਾ ਪ੍ਰੋਗਰਾਮ ਲਗਾਤਾਰ ਚੱਲ ਰਿਹਾ ਹੈ, ਤਾਂ ਅੱਜ ਤੁਸੀਂ ਦਰਸ਼ਕਾਂ ਦੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ? ਦੇਖੋ ਨਵਦੀਪ ਜੀ, ਅਸੀਂ ਜਦੋਂ ਵੀ ਕੋਈ ਪ੍ਰੋਗਰਾਮ ਕਰਦੇ ਹਾਂ, ਜਿਸ ਤਰੀਕੇ ਅੱਗੇ ਅਸੀਂ ਪ੍ਰੈਜ਼ੈਂਟ ਹੁੰਨੇ ਆ, ਜਿਸ ਤਰੀਕੇ ਵੀ ਲੋਕ ਪਸੰਦ ਕਰਦੇ ਨੇ, ਉਹਦੇ ਵਿੱਚ ਸਾਡਾ ਇੱਕ ਟੱਬਰ ਹੁੰਦਾ ਜੀ। ਉਸ ਟੱਬਰ ਦੇ ਨਾਲ ਅਸੀਂ ਸਾਂਝ ਕਦੇ ਪਵਾਈ ਨਹੀਂ। ਅੱਜ ਇਸੇ ਲਈ ਜਿਹੜੀਆਂ ਕਹਾਣੀਆਂ ਮੈਂ ਇੱਕ ਨਹੀਂ ਦੋ ਸੁਣਾਣੀਆਂ ਨੇ, ਕਿਉਂਕਿ ਇੱਕ ਤਾਂ ਸਾਡੇ ਕੈਮਰਾਮੈਨ ਨੇ ਦਵਿੰਦਰ ਭਾਜੀ, ਤੇ ਨਾਲ ਸਾਡੇ ਐਮਸੀਆਰ ਵਿੱਚ ਸੂਰਜ ਜੀ, ਰਜਨੀਸ਼ ਜੀ, ਜੀਵਨ ਜੀ। ਅੱਜ ਸੋ ਉਹਨਾਂ ਦੇ ਜੋ ਦੇਖੋ, ਤੁਸੀਂ ਦਰਸ਼ਕਾਂ ਨਾਲ ਹਮੇਸ਼ਾ ਹੀ ਸਾਂਝ ਗੰਢੀ, ਉਹਨਾਂ ਦੇ ਕਹੇ ਦੇ ਅਨੁਸਾਰ ਚੱਲੇ ਆ। ਅੱਜ ਇਹ ਦੋਨੋਂ ਕਹਾਣੀਆਂ ਇਹਨਾਂ ਨੂੰ ਸਮਰਪਿਤ, ਤੇ ਉਸੇ ਦੇ ਉੱਤੇ ਹੀ ਮੈਨੂੰ ਲੱਗਦਾ ਹੈ ਸਾਡਾ ਵਿੱਚੋਂ ਬਹੁਤ ਕੁਝ ਲੱਭੇਗਾ। ਅੱਜ ਦਾ ਜੋ ਪ੍ਰੋਗਰਾਮ ਜਿਸ ਉੱਤੇ ਆਧਾਰਿਤ ਹੈ, ਉਹਦਾ ਜ਼ਿਕਰ ਵੀ ਥੋੜਾ ਜਿਹਾ ਕਰ ਹੀ ਦਿੰਨੇ ਆ ਕਿ ਕਿਉਂ, ਆਖਰ ਕਿਉਂ ਸਾਡੇ ਨਾਬਾਲਗ ਬੱਚੇ ਜੁਰਮ ਵੱਲ ਧੱਕੇ ਜਾ ਰਹੇ ਨੇ। ਸਿਰਫ ਸਾਡੇ ਭਾਰਤ ਅੰਦਰ ਹੀ ਨਹੀਂ, ਬਲਕਿ ਦੁਨੀਆ ਦੇ ਹਰ ਕੋਨੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਨੌਜਵਾਨ ਬੱਚੇ, ਭਾਵੇਂ ਉਹ ਕੈਨੇਡਾ ਵਿੱਚ ਨੇ, ਭਾਵੇਂ ਅਮਰੀਕਾ ਵਿੱਚ ਨੇ, ਭਾਵੇਂ ਯੂਰਪ ਵਿੱਚ ਨੇ, ਕਿਉਂ ਗੋਲੀਆਂ ਚਲਾਉਂਦੇ ਨੇ, ਕਿਉਂ ਕਤਲ ਕਰਦੇ ਨੇ ਆਪਣੇ ਸਾਥੀਆਂ ਦੇ ਨਾਲ, ਕਿਸ ਤਰੀਕੇ ਉਹਨਾਂ ਦਾ ਮਾੜਾ ਵਰਤਾਰਾ ਜੇ, ਕਿਵੇਂ ਉਹ ਬਲਾਤਕਾਰ ਤੱਕ ਕਰਨ ਲੱਗ ਚੁੱਕੇ ਹੋਏ ਨੇ, ਤੇ ਕਿਵੇਂ ਉਹਨਾਂ ਦੇ ਮਨਾਂ ਵਿੱਚੋਂ ਤਰਸ ਦੀ ਭਾਵਨਾ ਮੰਨਫੀ ਹੈ, ਕਿਉਂ ਇੰਨਾ ਆਖਰ ਜੁਰਮ ਸਿਖਰਾਂ ਤੇ ਪਹੁੰਚ ਰਿਹਾ। ਖੈਰ, ਪਹਿਲਾਂ ਕਹਾਣੀ ਤੋਂ ਸ਼ੁਰੂ ਕਰਦੇ ਹਾਂ। ਦੋ ਨੇ ਕਹਾਣੀਆਂ ਜੀ। ਦਰਅਸਲ ਇੱਕ ਡਾਕਟਰ ਦੇ ਕੋਲ ਲਗਾਤਾਰ ਰੋਜ਼ ਮਰੀਜ਼ ਆਉਣੇ ਕਿ ਬੜੀ ਡਿਪਰੈਸ਼ਨ ਹੈ, ਬਹੁਤ ਜ਼ਿਆਦਾ ਮਾੜਾ ਲੱਗਦਾ ਜੇ, ਮੈਨੂੰ ਜੀਣ ਨਹੀਂ, ਦਿਲ ਨਹੀਂ ਕਰਦਾ, ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਤੋ ਇਸ ਤਰੀਕੇ ਦੇ ਜਿੰਨੇ ਵੀ ਉਹਨਾਂ ਕੋਲ ਮਰੀਜ਼ ਆਉਂਦੇ, ਉਹ ਇੱਕੋ ਹੀ ਗੱਲ ਉਹਨਾਂ ਨੂੰ ਕਹਿੰਦੇ ਵੀ ਚਲੋ ਜੋ ਹੈ, ਜਿਵੇਂ ਆਪਾਂ ਵੀ ਆਮ ਗੱਲਾਂ ਕਰਦੇ ਹਾਂ, ਜੋ ਹੈ ਉਹਦੇ ਉੱਤੇ ਹੀ ਤੁਸੀਂ ਯਾਨੀ ਖੁਸ਼ੀ ਮਾਣਨੀ ਸ਼ੁਰੂ ਕਰੋ। ਜੋ ਤੁਹਾਡੇ ਕੋਲ ਪਹਿਲਾਂ ਨਹੀਂ ਸੀ, ਤੁਸੀਂ ਮੰਗਦੇ ਸੀ, ਹੁਣ ਮਿਲ ਚੁੱਕਿਆ, ਤੇ ਫਿਰ ਵੀ ਹੋਰ ਦੀ ਮੰਗ ਦੇ ਪਿੱਛੇ ਕਿਉਂ ਏਦਾਂ ਉਦਾਸ ਰਹਿੰਦੇ ਹੋ? ਤੇ ਅਖੀਰ ਜਦੋਂ ਦੇਖਿਆ ਉਹਨਾਂ ਨੂੰ ਵੀ ਕੋਈ ਵੀ ਕਿਸੇ ਚੀਜ਼ ਦੇ ਨਾਲ ਅਸਰ ਨਹੀਂ ਪੈ ਰਿਹਾ, ਦਵਾਈਆਂ ਵੀ ਪਾਈਆਂ, ਤਾਂ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਵੀ ਇੱਥੇ ਇੱਕ ਪ੍ਰੋਗਰਾਮ ਚੱਲਦਾ ਜੇ ਹਫ਼ਤੇ ਦਾ, ਤੁਸੀਂ ਉਹ ਜ਼ਰੂਰ ਦੇਖਿਆ ਕਰੋ। ਹੁਣ ਉਹ ਦੇਖਿਆ ਉਹਨਾਂ ਨੇ ਕਿ ਜਿੰਨੇ ਜਣੇ ਜਾਂਦੇ ਸਨ, ਉਹ ਸਾਰੇ ਹੀ ਬੜੇ, ਵਾਪਸ ਜਦੋਂ ਪਹੁੰਚੇ ਬੜੇ ਖੁਸ਼ ਸਨ ਕਿ ਸਾਡਾ ਤਾਂ ਕਾਫੀ ਤਣਾਅ ਛੰਡਿਆ ਗਿਆ, ਅਸੀਂ ਤਾਂ ਹੁਣ ਰੈਗੂਲਰ ਉਹ ਹਫ਼ਤੇ ਦਾ ਪ੍ਰੋਗਰਾਮ ਦੇਖਦੇ ਹਾਂ, ਬਹੁਤ ਖੁਸ਼ ਹਾਂ, ਸਾਨੂੰ ਹੁਣ ਕਾਫੀ ਫਰਕ ਲੱਗਦਾ ਜੀ। ਖੈਰ, ਇਸੇ ਤਰ੍ਹਾਂ ਹੀ ਜਦੋਂ ਉਹਨਾਂ ਦਾ ਚੱਲਦਾ ਰਿਹਾ ਕੰਮ, ਤਾਂ ਇੱਕ ਦਿਨ ਸਭ ਤੋਂ ਵੱਧ ਹੈਰਾਨੀ ਦੀ ਗੱਲ ਉਹਨਾਂ ਲਈ ਇਹ ਹੋਈ ਕਿ ਉਹੀ ਜੋ ਪ੍ਰੋਗਰਾਮ ਵਿੱਚ ਖਿੜਖਿੜਾ ਕੇ ਹੱਸਦਾ ਹਸਾਉਂਦਾ ਸੀ ਬੰਦਾ, ਉਹ ਉਹਨਾਂ ਦੇ ਕਲੀਨਿਕ ਦੇ ਵਿੱਚ ਉਹਨਾਂ ਦੇ ਸਾਹਮਣੇ ਬੈਠਾ ਜੀ। ਤਾਂ ਪੁੱਛਣ ਲੱਗੇ ਕੀ ਹੋਇਆ? ਕਹਿਣ ਲੱਗਿਆ, ਹੁਣ ਤੁਸੀਂ ਹੈਰਾਨ ਹੀ ਹੋ ਜਾਓਗੇ ਕਿ ਉਹਦੀਆਂ ਕੰਪਲੇਂਟਸ ਕੀ ਸੀ ਕਿ ਮੇਰਾ ਖੁਦਕੁਸ਼ੀ ਕਰਨ ਨੂੰ ਦਿਲ ਕਰਦਾ, ਮੈਂ ਬਹੁਤ ਉਦਾਸ ਹਾਂ, ਬਹੁਤ ਡਿਪਰੈਸਡ ਹਾਂ। ਯਾਨੀ ਗੱਲ ਡਾਕਟਰ ਵੀ ਸੋਚਣ ਲੱਗ ਪਿਆ, ਹੈਰਾਨੀ ਦੀ ਗੱਲ ਹੈ, ਬਿਲਕੁਲ ਇਹ ਹਕੀਕਤ ਜੇ ਇਸ ਤਰੀਕੇ ਦੇ ਸਾਨੂੰ ਵੀ ਬਹੁਤ ਵਾਰ, ਮੈਨੂੰ ਵੀ ਬੜੀ ਵਾਰ ਸਾਹਮਣਾ ਕਰਨਾ ਪਿਆ, ਜਿਨ੍ਹਾਂ ਦੀਆਂ ਮੈਂ ਐਗਜ਼ਾਮਪਲਸ ਦਿੰਦੀ ਹੁੰਦੀ ਹਾਂ ਦੂਜਿਆਂ ਨੂੰ ਕਿ ਉਹਨਾਂ ਨੂੰ ਫੋਲੋ ਕਰੋ, ਉਹ ਇਸ ਤਰੀਕੇ ਨੇ, ਬਹੁਤ ਵਧੀਆ ਨੇ, ਕਿਸ ਤਰੀਕੇ ਦੀ ਜ਼ਿੰਦਗੀ ਉਹਨਾਂ ਨੇ ਖੂਬਸੂਰਤ ਜੀ ਰਹੇ ਨੇ। ਪਰ ਜਦੋਂ ਆ ਕੇ ਆਪਣੀ ਅੰਦਰਲੀ ਗੱਲ ਸਾਂਝੀ ਕਰਦੇ ਨੇ, ਤਾਂ ਸਮਝ ਆਉਂਦਾ ਹੈ ਕਿ ਹਰ ਬੰਦਾ ਅੰਦਰੋਂ ਕਿਤੇ ਨਾ ਕਿਤੇ ਟੁੱਟਿਆ ਹੋਇਆ ਜੇ, ਕਿਤੇ ਨਾ ਕਿਤੇ ਉਹਨੂੰ ਕੁਛ ਨਾ ਕੁਛ ਚੁੱਭਦਾ, ਕਿਸੇ ਨਾ ਕਿਸੇ ਗੱਲ ਤੇ ਜ਼ਿੰਦਗੀ ਤੋਂ ਉਹ ਉਦਾਸ, ਦੁਖੀ ਉਹ ਹੈ। ਕਾਰਨ ਸਿਰਫ ਇਹ, ਉਹਨੂੰ ਵੇਖ ਕੇ ਭਾਵੇਂ ਬਹੁਤ ਲੋਕ ਉਹਨੂੰ ਫੋਲੋ ਕਰਦੇ ਹੋਣ, ਬਹੁਤ ਲੋਕ ਉਹਦੇ ਨਾਲ ਜੁੜਦੇ ਹੋਣ, ਉਹਦੇ ਕਾਰਨ ਖੁਸ਼ੀ ਮਹਿਸੂਸ ਕਰਦੇ ਹੋਣ, ਪਰ ਉਹ ਆਪ ਬੰਦਾ ਕਿੰਨੇ ਕੁ ਦੁੱਖ ਲੁਕਾ ਕੇ
ਇਹ ਖੁਸ਼ੀ ਜ਼ਾਹਰ ਕਰ ਰਿਹਾ ਹੁੰਦਾ ਹੈ। ਤੋ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਦੀ ਖੁਸ਼ਬੂ ਨੇ, ਜਿਨ੍ਹਾਂ ਦੇ ਮੈਂ ਨਾਂ ਲਿਆ ਕਿ ਜੋ ਕੈਮਰੇ ਦੇ ਪਿੱਛੇ ਵੀ ਨੇ ਤੇ ਜੋ ਐਨਸੀਆਰ ਦੇ ਅੰਦਰ ਸਾਰਾ ਕੁਝ ਸਮੇਟਦੇ ਨੇ, ਉਹ ਕਿੰਨੀ ਕੁ ਉਹਨਾਂ ਦੀ ਮਿਹਨਤ ਹੈ ਸ਼ਾਇਦ ਨਜ਼ਰ ਹੀ ਨਹੀਂ ਆਉਂਦੀ। ਬਿਲਕੁਲ ਉਸੇ ਤਰ੍ਹਾਂ ਜਿਵੇਂ ਜ਼ਿੰਦਗੀ ਵਿੱਚ ਦੂਜਿਆਂ ਨੂੰ ਹੱਸਣ ਹਸਾਉਣ ਵਾਲਾ, ਦੂਜਿਆਂ ਨੂੰ ਬਹੁਤ ਕੁਝ ਦੇਣ ਵਾਲਾ, ਆਪਣੀ ਜ਼ਿੰਦਗੀ ਵਿੱਚੋਂ ਕੀਮਤੀ ਸਮਾਂ ਦੇਣ ਵਾਲਾ, ਆਪ ਕਿੰਨੇ ਕੁ ਔਖੇ ਸਮੇਂ ਚੋਂ ਲੰਘ ਰਿਹਾ। ਬਹੁਤੀ ਵਾਰ ਸਾਨੂੰ ਇਸ ਚੀਜ਼ ਦਾ ਖਿਆਲ ਨਹੀਂ ਹੁੰਦਾ। ਤੋ ਕੋਸ਼ਿਸ਼ ਕਰੀਏ ਕਿ ਕਿਸੇ ਹੋਰ ਦੀ ਅਚੀਵਮੈਂਟ ਨੂੰ ਦੇਖ ਕੇ ਅਸੀਂ ਗੁੱਸਾ ਨਾ ਸਾੜਾ ਨਾ ਕਰੀਏ, ਬਲਕਿ ਆਪ ਮਿਹਨਤ ਕਰੀਏ, ਕਿਉਂਕਿ ਕੋਈ ਵੀ ਰਸਤਾ ਜ਼ਿੰਦਗੀ ਦੇ ਕਿਸੇ ਵੀ ਹਿੱਸੇ ਤੱਕ ਪਹੁੰਚਣ ਲਈ ਆਸਾਨ ਨਹੀਂ ਹੁੰਦਾ। ਦੂਸਰੀ ਗੱਲ, ਦੂਸਰੀ ਕਹਾਣੀ ਵਾਕਈ ਕੁਝ ਜਿਸ ਤਰੀਕੇ ਦਾ ਅਸੀਂ ਹੁਣ ਸ਼ੁਰੂ ਕਰਨਾ ਜੀ ਪ੍ਰੋਗਰਾਮ, ਉਹਦੇ ਉੱਤੇ ਹੀ ਆਧਾਰਿਤ ਜੇ ਕਿ ਇੱਕ ਰਾਜੇ ਕੋਲ, ਸ਼ਾਇਦ ਕਈਆਂ ਨੇ ਕਹਾਣੀ ਸੁਣੀ ਹੋਏਗੀ, ਮਜਬੂਰੀ ਵਸ ਦੁਬਾਰਾ ਸੁਣਾਉਣੀ ਪੈ ਰਹੀ ਹੈ ਕਿ ਇੱਕ ਰਾਜੇ ਕੋਲ ਇੱਕ ਗਰੀਬ ਬੰਦਾ ਆਇਆ। ਉਹ ਆ ਕੇ ਕਹਿਣ ਲੱਗਾ ਕਿ ਮੇਰੇ ਕੋਲ ਕੋਈ ਵੀ ਗੁਜ਼ਾਰੇ ਜੋਗਾ ਕੁਝ ਵੀ ਨਹੀਂ ਬਚਿਆ ਹੋਇਆ, ਜੇ ਟੋਟਾ ਜ਼ਮੀਨ ਦਾ ਦੇ ਦਿਓ ਤੇ ਮੈਂ ਉਹਦੇ ਉੱਤੇ ਕੁਝ ਆਪਣਾ ਗੁਜ਼ਾਰਾ ਕਰ ਸਕਾਂ, ਜੁਗਾੜ ਕਰ ਸਕਾਂ, ਨਹੀਂ ਮੈਂ ਤੇ ਭੁੱਖਾ ਹੀ ਮਰ ਜਾਵਾਂਗਾ ਜੀ। ਰਾਜੇ ਨੇ ਉਹਨੂੰ ਕਿਹਾ ਵੀ ਸਵੇਰੇ ਆਈ, ਤੇ ਜਦੋਂ ਹੀ ਸੂਰਜ ਚੜ੍ਹਿਆ ਹੋਇਆ, ਐਨ ਚੜ੍ਹਨ ਲੱਗਿਆ ਹੋਇਆ, ਆ ਕੇ ਮੇਰੇ ਰਾਜ ਦੇ ਜਿਸ ਮਰਜ਼ੀ ਕੋਨੇ ਤੋਂ ਦੌੜਨਾ ਸ਼ੁਰੂ ਕਰ ਦਈ, ਤੇ ਉਦੋਂ ਤੱਕ ਦੌੜ ਜਿੰਨੀ ਤੈਨੂੰ ਜ਼ਮੀਨ ਚਾਹੀਦੀ ਹੈ। ਤੇ ਪਰ ਇੱਕ ਗੱਲ ਚੇਤੇ ਰੱਖੀ ਕਿ ਜਦੋਂ ਵੀ ਸੂਰਜ ਡੁੱਬਣ ਵਾਲਾ ਹੈ, ਉਸ ਤੋਂ ਪਹਿਲਾਂ ਪਹਿਲਾਂ ਤੈਨੂੰ ਵਾਪਸ ਉਸੇ ਥਾਂ ਤੇ ਪਹੁੰਚਣਾ ਪਏਗਾ ਜਿੱਥੋਂ ਦੌੜ ਸ਼ੁਰੂ ਕੀਤੀ ਸੀ। ਜੀ ਜੀ। ਤਾਂ ਹੀ ਤੈਨੂੰ ਉਹ ਜ਼ਮੀਨ ਦਾ ਟੋਟਾ ਮਿਲ ਸਕੇਗਾ। ਹੁਣ ਉਹ ਬੰਦਾ ਬੜਾ ਖੁਸ਼ ਕੇ ਤਾਂ ਕਮਾਲ ਹੀ ਹੋ ਗਿਆ, ਰਾਜੇ ਨੇ ਤਾਂ ਇੰਨਾ ਕੁਛ ਦੇ ਦੇਣਾ ਕਿ ਮੈਂ ਤਾਂ ਸਾਂਭ ਹੀ ਨਹੀਂ ਸਕਣਾ। ਤੇ ਉਹਨੇ ਆਪਣਾ ਸਵੇਰੇ ਸੂਰਜ, ਰਾਤ ਵੀ ਨਹੀਂ ਸੁੱਤਾ, ਵੀ ਸਵੇਰੇ ਸੂਰਜ ਚੜ੍ਹਦੇ ਸਾਰ ਉਹਨੇ ਇੱਕ ਕੋਨੇ ਤੋਂ ਦੌੜਨਾ ਸ਼ੁਰੂ ਕਰ ਦਿੱਤਾ। 10 ਵਾਰ ਨਾਪ ਕਰਵਾਇਆ, ਦੇਖ ਲੈ ਬਈ ਇੱਥੋਂ ਸ਼ੁਰੂ ਕੀਤਾ ਹੀ ਤੇ ਮੈਂ ਇੱਥੇ ਪਹੁੰਚ ਜਾਣਾ ਵਾਪਸ। ਦੌੜਦਾ ਰਿਹਾ, ਲਾਲਚ ਦੀ ਮਨ ਚ ਜੋ ਰੁਕਿਆ ਹੀ ਨਾ, ਇੰਨਾ ਸਿਰੇ ਤੱਕ ਦੌੜ ਗਿਆ ਕਿ ਉਹਨੂੰ ਦਿਸਣ ਲੱਗਿਆ ਕਿ ਸੂਰਜ ਤਾਂ ਡੁੱਬਣ ਦੇ ਕਿਨਾਰੇ ਆ ਗਿਆ ਤੇ ਮੈਂ ਵਾਪਸ ਵੀ ਪਹੁੰਚਣਾ। ਸੋ ਉਹ ਜਿੰਨਾ ਕੁ ਜ਼ੋਰ ਲਾ ਸਕਦਾ ਸੀ, ਪੂਰੇ ਜ਼ੋਰ ਨਾਲ ਦੌੜਿਆ ਕਿ ਵਾਪਸ ਕਿਸੇ ਤਰੀਕੇ ਪਹੁੰਚ ਸਕਾਂ। ਪਰ ਅਫਸੋਸ ਕਿ ਸੂਰਜ ਤੇ ਡੁੱਬ ਹੀ ਚੱਲਿਆ ਸੀ, ਤੇ ਉਹਦਾ ਘਬਰਾਹਟ ਨਾਲ, ਡਰ ਨਾਲ, ਫਿਕਰ ਨਾਲ ਉੱਥੇ ਹੀ ਢਹਿ ਢੇਰੀ ਹੋ ਗਿਆ, ਦੀ ਮੌਤ ਹੋ ਗਈ। ਯਾਨੀ ਉਹ ਕਿਸ ਤਰੀਕੇ ਦੇ ਲਾਲਚ ਦੇ ਅਧੀਨ, ਜਿੰਨਾ ਕੁ ਉਹਨੂੰ ਲੋੜ ਸੀ ਉਸ ਤੋਂ ਕਿਤੇ ਵੱਧ ਲੈਣ ਦੇ ਚੱਕਰ ਵਿੱਚ ਦੌੜਦਾ ਰਿਹਾ ਤੇ ਰਾਜਾ ਅਖੀਰ ਆਪਣੇ ਬਹੁਤ ਸਾਰੇ ਹੋਰ ਲੋਕਾਂ ਨੂੰ ਲੈ ਕੇ ਉੱਥੇ ਗਿਆ ਜਿੱਥੇ ਉਹਦੀ ਲਾਸ਼ ਪਈ ਸੀ, ਤੇ ਕਹਿਣ ਲੱਗਾ ਅਸਲ ਲੋੜ ਤਾਂ ਇਸ ਬੰਦੇ ਨੂੰ 2 ਗਜ਼ ਜ਼ਮੀਨ ਦੀ ਸੀ, ਉਸ ਤੋਂ ਇਲਾਵਾ ਦੀ ਦੌੜ ਅਸੀਂ ਤਾਂ ਖਰੇ ਕੀ ਕਰਦੇ ਰਹਿੰਦੇ ਆ। ਇਹ ਨਹੀਂ ਆਨੰਦ ਮਾਣਦੇ ਕਿ ਜਿੰਨੀ ਕੁ ਅਸੀਂ ਦੌੜ ਚੁੱਕੇ ਆ ਉਹਦੇ ਵਿੱਚ ਕੀ ਕੁਝ ਦੇਖਣਾ ਜੇ, ਕੀ ਕੁਝ ਮਾਨਣਾ ਜੇ। ਉਸ ਚੀਜ਼ ਨੂੰ ਛੱਡ ਕੇ ਤੇ ਅਸੀਂ ਸਿਰਫ ਉਸ ਅਣਦੇਖੀ ਚੀਜ਼ ਪਿੱਛੇ ਦੌੜਦੇ ਰਹਿੰਦੇ ਆ ਤੇ ਅਖੀਰ ਮਰ ਜਾਂਦੇ। ਤੇ ਸਾਨੂੰ ਇਸੇ ਲਈ ਕਿਹਾ ਜਾਂਦਾ ਹੈ ਕਿ ਬਹੁਤ ਸਾਰੀ ਜੋ ਭਾਰਤੀ ਨੇ, ਮੈਂ ਇਕੱਲੇ ਪੰਜਾਬੀਆਂ ਦੀ ਗੱਲ ਨਹੀਂ ਕਰ ਰਹੀ, ਇਹ ਇਸ ਵੇਲੇ ਈਡੀਅਮ ਬਣ ਚੁੱਕਾ ਜੇ ਵਿਸ਼ਵ ਪੱਧਰ ਤੇ। ਜਦੋਂ ਅਸੀਂ ਕਿਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਜਾਂਦੇ ਆ ਤਾਂ ਉਦੋਂ ਇਹ ਗੱਲ ਚੁੱਕੀ ਜਾਂਦੀ ਜੇ, ਜਿੱਥੇ ਬੜੀ ਵਾਕਈ ਦਿਲ ਨੂੰ ਚੁੱਭਦੀ ਵੀ ਹੈ ਕਿ ਭਾਰਤੀ ਮਰਦੇ ਬਹੁਤ ਅਮੀਰ ਨੇ, ਇੰਨੇ ਅਮੀਰ ਕਿ ਜਿੰਨੇ ਸ਼ਾਇਦ ਉਹਨਾਂ ਨੇ ਸੋਚਿਆ ਵੀ ਨਹੀਂ ਹੋਣਾ। ਅੱਛਾ, ਅਗਨੀ ਮਾਲਕ ਏਡੇ ਵੱਡੇ ਦੇ ਸੀ, ਪਰ ਇਹ ਜਿਉਂਦੇ ਬਹੁਤ ਗਰੀਬ ਨੇ, ਉਹਨਾਂ ਨੂੰ ਜ਼ਿੰਦਗੀ ਮਾਣਨੀ ਨਹੀਂ ਆਉਂਦੀ, ਪੈਸੇ ਲਿਆ ਕੇ ਇਕੱਠੇ ਤਾਂ ਕਰਦੇ ਰਹਿੰਦੇ ਨੇ। ਇਸੇ ਲਈ ਕਿਹਾ ਜਾਂਦਾ ਹੈ ਕਿ ਮਰਦੇ ਬਹੁਤ ਅਮੀਰ ਨੇ, ਪਰ ਉਹ ਜੋ ਚੀਜ਼ ਨੂੰ ਤਰਸਦੇ ਸਾਰੀ ਉਹ ਉਮਰ ਲੰਘਾ ਗਏ, ਅਫਸੋਸ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਸ ਥਾਂ ਤੇ ਮੈਂ ਬਸ ਕਰਨੀ ਹੈ। ਇਸੇ ਲਈ ਡਾਕਟਰੀ ਜ਼ਬਾਨ ਵਿੱਚ ਇਹ ਬਹੁਤ ਅਹਿਮ ਜੇ ਕਿ ਤੁਸੀਂ ਸੋਚ ਕੇ ਇਹ ਤੁਰੋ ਕਿ ਡਾਈ ਐਮਪਟੀ, ਯਾਨੀ ਤੁਸੀਂ ਮਰਨਾ ਖਾਲੀ ਹੱਥੇ। ਸੋ ਇਹਦਾ ਮਤਲਬ ਹੈ ਜੋ ਵੀ ਕੁਛ ਇਕੱਠਾ ਕਰ ਰਹੇ ਹੋ ਉਹਦੇ ਨਾਲ ਮਾਣੋ, ਜ਼ਿੰਦਗੀ ਰੱਜ ਕੇ ਜੀਣੀ ਸ਼ੁਰੂ ਕਰੋ। ਤੁਹਾਡੀ ਡਿਪਰੈਸ਼ਨ ਉਸੇ ਦਿਨ ਖਤਮ ਹੋ ਜਾਏਗੀ, ਉਸੇ ਦਿਨ ਦੂਜੇ ਨੇ ਕੀ ਕਮਾਇਆ, ਉਹਦੇ ਕੋਲ ਮੇਰੇ ਤੋਂ ਵੱਧ ਹੈ, ਸਾਰੀਆਂ ਚੀਜ਼ਾਂ ਉਸੇ ਹੀ ਥਾਂ ਤੇ ਖਤਮ ਹੋ ਜਾਂਦੀਆਂ, ਡਿਪਰੈਸ਼ਨ ਹੋਣੀ ਹੋਈ ਨਹੀਂ। ਪਰ ਅਫਸੋਸ ਕਿ ਇਹ ਚੀਜ਼ ਸਾਨੂੰ ਆਉਂਦੀ ਨਹੀਂ।
ਅਖੀਰ ਸਾਹ ਤਾਂ ਤੁਰ ਜਾਂਦੇ ਹਾਂ, ਅਸੀਂ ਅਖੀਰੀ ਸਾਹ ਲੈ ਕੇ ਬਾਅਦ ਵਿੱਚ ਫਿਰ ਕਿਸੇ ਹੋਰ ਨੂੰ ਬੈਂਕ ਬੈਲੈਂਸ ਦਾ ਆਨੰਦ ਮਾਣਨ ਦਾ ਸਮਾਂ ਮਿਲਦਾ ਹੈ ਕਿ ਨਹੀਂ, ਕਿਉਂਕਿ ਉਹ ਵੀ ਉਹਨੂੰ ਹੋਰ ਡੱਕ ਲੈਂਦੇ ਨੇ, ਤੇ ਜਿਹੜੇ ਨਹੀਂ ਉਹ ਗਲਤ ਰਾਏ ਜਿਸ ਤਰੀਕੇ ਪੈਂਦੇ ਨੇ। ਉਹੀ ਸਾਡਾ ਅੱਜ ਦਾ ਵਿਸ਼ਾ ਹੈ ਕਿ ਜੀ। ਕਿਉਂ ਸਾਡੇ ਬੱਚੇ ਇਸ ਤਰੀਕੇ ਜੁਰਮ ਦੇ ਵੱਲ ਤੁਰੇ ਜਾਂਦੇ ਨੇ। ਜੀ ਜੀ ਮੈਮ, ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸਾਡੇ ਜਿਹੜੇ ਭਾਰਤੀ ਨੇ ਪੈਸਾ ਬਹੁਤ ਜ਼ਿਆਦਾ ਕਮਾ ਲੈਂਦੇ ਨੇ। ਤਾਂ ਉਵੇਂ ਹੀ ਜਿਵੇਂ ਆਪਾਂ ਪਹਿਲਾਂ ਕਈ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਵੇਂ ਬਾਹਰਲੇ ਮੁਲਕਾਂ ਤੋਂ ਬਹੁਤ ਜ਼ਿਆਦਾ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਪਹਿਲਾਂ ਅਸੀਂ ਪੰਜਾਬ ਦੀ ਗੱਲ, ਭਾਰਤ ਦੀ ਗੱਲ ਕਰਦੇ ਹੁੰਦੇ ਸੀ, ਪਰ ਹੁਣ ਉਹੀ ਕੁਛ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਹੋਣ ਲੱਗ ਗਿਆ। ਕਈ ਐਸੇ ਗੈਂਗਵਾਰ ਦੀਆਂ ਘਟਨਾਵਾਂ ਵੱਧ ਰਹੀਆਂ ਨੇ, ਇੰਨਾ ਕ੍ਰਾਈਮ ਵੱਧ ਗਿਆ ਕਿ ਉੱਥੇ ਨਾਬਾਲਗ ਜਿਹੜੇ ਨੇ ਉਹਨਾਂ ਦੀਆਂ ਵੀ ਗੱਲਾਂ ਆਉਂਦੀਆਂ ਨੇ ਕਿ ਨਾਬਾਲਗ ਬੱਚੇ ਨੇ ਜਿਹੜੇ ਉਹ ਫੜੇ ਜਾ ਰਹੇ ਨੇ। ਸੋ ਅਜਿਹੀਆਂ ਘਟਨਾਵਾਂ ਨੂੰ ਵੇਖ ਕੇ ਇੰਜ ਲੱਗਦਾ ਹੈ ਕਿ ਆਖਿਰਕਾਰ ਉਹਦੇ ਪਿੱਛੇ ਕਾਰਨ ਕੀ ਨੇ, ਕਿ ਵਾਕਿਆ ਹੀ ਉਹ ਦਬਿਆ ਹੋਇਆ ਪੈਸਾ ਹੈ, ਵਾਕਿਆ ਹੀ ਉਹਨਾਂ ਮਾਪਿਆਂ ਦੀਆਂ ਉਹ ਕਮਾਈਆਂ ਨੇ ਜਿਨ੍ਹਾਂ ਤੇ ਉਹ ਖੁੱਲਾ ਖਰਚਾ ਕਰ ਰਹੇ ਨੇ, ਜਾਂ ਫਿਰ ਉਹ ਗੱਲਾਂ ਨੇ ਕਿ ਮਾਪੇ ਗਰੀਬ ਨੇ ਤਾਂ ਬੱਚੇ ਕੁਰਾਹੇ ਪੈ ਗਏ ਨੇ, ਉਹਨਾਂ ਨੂੰ ਕੋਈ ਹੈ ਜੋ ਕੁਰਾਹੇ ਲੈ ਕੇ ਜਾ ਰਿਹਾ ਹੈ, ਜੋ ਉਹਨਾਂ ਤੋਂ ਇਹ ਕ੍ਰਾਈਮ ਕਰਵਾ ਰਿਹਾ ਹੈ। ਸੋ ਦਰਸ਼ਕਾਂ ਨੂੰ ਥੋੜਾ ਜਿਹਾ ਖੁੱਲ ਕੇ ਦੱਸੋ ਕਿ ਆਖਿਰਕਾਰ ਇਸ ਦੇ ਪਿੱਛੇ ਮੇਨ ਕਾਰਨ ਕੀ ਨੇ। ਥੋੜ੍ਹਾ ਜਿਹਾ ਝਾਤ ਮਰਵਾ ਦੇਵਾਂ ਸਰੀਰ ਦੇ ਅੰਦਰ, ਜਿੱਥੋਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਸੌਖਿਆ ਇਹ ਗੱਲ ਸਮਝ ਆ ਜਾਏਗੀ, ਤੇ ਸ਼ਾਇਦ ਇਸ ਪ੍ਰੋਗਰਾਮ ਜਾਈ ਇੱਕ ਟੱਬਰ, ਮੈਂ ਤਾਂ ਅਗਲੇ ਦੀ ਗੱਲ ਹੀ ਨਹੀਂ ਕਰਦੀ, ਜੇ ਇੱਕ ਟੱਬਰ ਨੂੰ ਵੀ ਸਮਝ ਆ ਜਾਏ ਕਿ ਅਸੀਂ ਬੱਚਿਆਂ ਨੂੰ ਕਿਸ ਰਾਹ ਪਾਣਾ ਜੇ, ਤਾਂ ਮੈਨੂੰ ਲੱਗਦਾ ਸਾਡਾ ਅੱਜ ਦਾ ਪ੍ਰੋਗਰਾਮ ਸਫਲ ਹੋ ਜਾਏਗਾ। ਜੀ ਸਾਡੇ ਜੀ। ਸਰੀਰ ਅੰਦਰ ਇੱਕ ਹਾਰਮੋਨ ਨਿਕਲਦਾ ਜੇ, ਡੋਪਾਮੀਨ। ਇਹਦਾ ਕੰਮ ਹੁੰਦਾ ਜੇ ਸਾਨੂੰ ਚੰਗਾ ਮਹਿਸੂਸ ਕਰਵਾਉਣਾ, ਸਾਨੂੰ ਰਿਵਾਰਡ ਸਿਸਟਮ ਦੇਣਾ ਕਿ ਸਾਨੂੰ ਹਾਂ ਬਹੁਤ ਚੰਗੀ ਗੱਲ ਹੋਈ, ਤੇ ਉਹਦੇ ਨਾਲ ਸਾਡਾ ਚਿੱਤ ਕਰਨਾ ਕਿ ਵਾਰ-ਵਾਰ ਇਹ ਚੀਜ਼ ਕੀਤੀ ਜਾਵੇ, ਜਿਸ ਨਾਲ ਸਾਨੂੰ ਸ਼ਾਬਾਸ਼ੀ ਮਿਲਦੀ ਹੋਵੇ, ਸਾਨੂੰ ਚੰਗਾ ਲੱਗਦਾ ਹੋਵੇ, ਚੰਗਾ ਮਹਿਸੂਸ ਹੁੰਦਾ ਹੋਵੇ। ਉਹਦੇ ਵਿੱਚ ਅਹਿਮ ਚੀਜ਼ ਇੱਕ ਹੁੰਦੀ ਜੇ ਦੋਸਤਾਂ ਨੂੰ ਮਿਲਣਾ। ਜਿਵੇਂ ਦੋਸਤਾਂ ਮਿੱਤਰਾਂ ਨਾਲ ਅਸੀਂ ਸਾਂਝ ਕੱਢਦੇ ਹਾਂ, ਜੀ ਸਾਡਾ ਦਿਲ ਕਰਦਾ ਕਿ ਹਾਂ ਉੱਥੇ ਫਿਰ ਜਾਈਏ, ਸਾਨੂੰ ਬੜਾ ਅੱਛਾ ਜਿਹਾ ਲੱਗਾ ਸੀ, ਬੜਾ ਉੱਥੇ ਜਾ ਕੇ ਆਨੰਦ ਮਹਿਸੂਸ ਹੋਇਆ, ਕੁਝ ਸਮੇਂ ਲਈ ਭੁੱਲ ਹੀ ਗਏ ਜ਼ਿੰਦਗੀ ਦੇ ਕਿਸ ਥਾਂ ਤੇ ਬੈਠੇ ਹਾਂ। ਉਸੇ ਤਰ੍ਹਾਂ ਇੱਕ ਨਵੀਂ ਖੋਜ ਆਈ ਜੇ, ਜਿਸ ਖੋਜ ਨੂੰ ਛਪਣ ਨਹੀਂ ਦਿੱਤਾ ਗਿਆ। ਕਾਰਨ ਇਹ ਕਿ ਜਿਨ੍ਹਾਂ ਨੇ ਦਰਅਸਲ ਇਹ ਖੋਜ ਰੋਕੀ, ਉਹ ਬਿਲੀਅਨਸ ਦਾ ਕਾਰੋਬਾਰ ਹੈ ਜਿਹੜੇ ਇਸ ਖੋਜ ਨੂੰ ਛਪਣ ਨਹੀਂ ਦੇ ਰਹੇ। ਖੋਜ ਇਹ ਸੀ ਕਿ ਜਿੰਨਾ ਕੁ ਅਸੀਂ ਸਿਗਰਟ ਪੀਣ ਦੇ ਨਾਲ ਸਾਡੇ ਸਰੀਰ ਅੰਦਰ ਡੋਪਾਮੀਨ ਨਿਕਲਦੀ ਹੈ, ਯਾਨੀ ਜੋ ਉਹਨਾਂ ਨੇ ਖੋਜੀਆਂ ਨੇ ਦੱਸਿਆ, 40, 50, 60 ਸਿਗਰਟਾਂ ਦੇ ਬਾਅਦ ਜਿੰਨੀ ਕੁ ਡੋਪਾਮੀਨ ਸਾਡੇ ਸਰੀਰ ਅੰਦਰ ਨਿਕਲ ਕੇ ਸਾਨੂੰ ਐਡਿਕਸ਼ਨ ਦਿੰਦੀ ਹੈ, ਸਾਨੂੰ ਆਦੀ ਬਣਾਉਂਦੀ ਜੇ, ਸਾਨੂੰ ਬੜਾ ਜਿਵੇਂ ਪਲੇਅਰ ਜਾਂ ਮੌਜ ਜਾਂ ਮਸਤੀ ਜਾਂ ਜਿਸ ਤਰੀਕੇ ਦਾ ਸਾਨੂੰ ਅਹਿਸਾਸ ਕਰਵਾਉਂਦੀ ਜੇ, ਇੰਨੀ ਢੇਰ ਸਾਰੀ ਡੋਪਾਮੀਨ ਨਿਕਲ ਜਾਂਦੀ ਜੇ, ਉਹ ਬੱਚਿਆਂ ਨੂੰ, ਨਿੱਕੇ ਨਿੱਕੇ ਬਾਲਾਂ ਨੂੰ ਮੋਬਾਈਲ ਸਾਹਮਣੇ ਰੱਖ ਕੇ ਜੇ ਉਹ ਗੇਮਸ ਜੋ ਉਹ ਖੇਡਦੇ ਨੇ, ਜਿਹਦੇ ਵਿੱਚ ਗੋਲੀਆਂ ਮਾਰਨੀਆਂ, ਕਾਰ ਰੇਸ, ਜਿਸ ਦੇ ਵਿੱਚ ਤੁਸੀਂ ਇਸ ਤਰੀਕੇ ਦੀਆਂ ਜੋ ਉਹਨਾਂ ਨੂੰ ਅਸੀਂ ਦੇ ਰਹੇ ਹਾਂ, ਉਹ ਗੇਮਾਂ ਰਾਹੀਂ ਸਿਰਫ ਤੇ ਸਿਰਫ 2 ਘੰਟੇ ਜਾਂ 1.5 ਘੰਟੇ ਦੇ ਅੰਦਰ ਅੰਦਰ ਹੀ ਉਹਨਾਂ ਦੇ ਸਰੀਰ ਅੰਦਰ ਇੰਨੀ ਡੋਪਾਮੀਨ ਨਿਕਲ ਜਾਂਦੀ ਜੇ ਕਿ ਉਹ ਉਸ ਦੇ ਆਦੀ, ਐਡਿਕਸ਼ਨ, ਇੱਥੋਂ ਤੱਕ ਕਿ ਉਹਨਾਂ ਨੂੰ ਮਾਨਸਿਕ ਰੋਗੀ ਬਣਨ ਤੱਕ ਪਹੁੰਚ ਜਾਂਦੇ ਨੇ, ਕਿਉਂਕਿ ਉਹਨਾਂ ਦਾ ਦਿਮਾਗ ਅਜੇ ਬਣਦਾ ਪਿਆ, ਉਹਦੀਆਂ ਤਰੰਗਾਂ ਕਿਸ ਤਰੀਕੇ ਜਾਣੀਆਂ ਨੇ, ਕਿਸ ਤਰੀਕੇ ਉਹਨਾਂ ਦੇ ਕਨੈਕਸ਼ਨ ਜੁੜਨੇ ਨੇ, ਕਿਸ ਤਰੀਕੇ ਉਹਨਾਂ ਨੇ ਇੱਕ ਅਹਿਸਾਸ ਪਾਲਣਾ, ਉਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ 'ਚ ਤਬਦੀਲੀ ਇੰਨੀ ਭਾਰੀ ਦਿਸ ਰਹੀ ਹੈ, ਤੇ ਉਹ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ। ਕਿਉਂਕਿ ਇਹਦੇ ਤੇ ਸਖਤ ਵਾਰਨਿੰਗ ਦਿੱਤੀ ਗਈ ਕਿ ਬੱਚਿਆਂ ਨੂੰ ਕਿਸੇ ਵੀ ਹਾਲ ਵਿੱਚ ਮੋਬਾਈਲ ਜੇ 5 ਸਾਲ ਤੋਂ ਛੋਟੇ ਬੱਚੇ ਨੂੰ ਦੇਣਾ ਹੀ ਨਹੀਂ, ਤੇ ਉਸ ਤੋਂ ਅਗਾਂਹ ਵੀ ਪੂਰੇ ਦਿਨ ਦੇ ਵਿੱਚ 20 ਮਿੰਟ ਤੋਂ ਵੱਧ ਉਹਨਾਂ ਦੇ ਹੱਥ ਵਿੱਚ ਮੋਬਾਈਲ ਨਹੀਂ ਹੋਣਾ ਚਾਹੀਦਾ। ਹੁਣ ਉਹ ਚੀਜ਼ ਕਿਉਂ ਲੁਕਾਈ ਗਈ, ਤੁਸੀਂ ਸਮਝਦਾਰ ਹੋ ਕਿ ਕਿੱਥੇ ਲੈਪਟਾਪ ਤੋਂ ਹੋ ਕੇ ਕੰਮ ਕਿਸ ਤਰੀਕੇ ਹੁਣ ਸਾਡੇ ਹੱਥਾਂ ਦੇ ਵਿੱਚ, ਤੇ ਫਿਰ ਹੁਣ ਸਾਡੇ ਐਨਕਾਂ ਦੇ ਵਿੱਚ ਤੱਕ ਜੋ ਇਹ ਸ਼ੁਰੂ ਹੋ ਚੱਲਿਆ ਕਿ ਉੱਥੇ ਹੀ ਸਾਰਾ ਕੁਝ ਦੇਖਦੇ ਰਹੋ। ਉਹਦੇ ਵਿੱਚ ਨੁਕਸਾਨ ਕੀ ਹੋਇਆ ਜੀ? ਬੱਚੇ ਜਦੋਂ ਬਾਹਰ ਖੇਡਣ ਜਾਂਦੇ ਸਨ, ਉਹਨਾਂ ਵਿੱਚ ਇੱਕ ਸਾਂਝ ਗੰਢੀ ਜਾਂਦੀ ਸੀ ਕਿ ਮੈਂ ਦੂਜੇ ਲਈ ਵੀ ਕੁਝ ਕਰਨਾ, ਇੱਕ ਟੀਮ ਵਰਕ ਹੁੰਦਾ ਸੀ ਕਿ ਅਸੀਂ ਸਾਰਿਆਂ ਨੇ ਰਲ ਕੇ ਖੇਡਣਾ, ਇੱਕ ਦੂਜੇ ਦੇ ਲਈ ਇੱਕ ਨੂੰ ਬਾਲ ਪਾਸ ਕਰਨੀ ਹੈ ਜਾਂ ਕੁਝ ਵੀ ਦੇਣਾ ਦਾ ਮਤਲਬ ਸੀ ਕਿ ਅਸੀਂ ਰਲ ਕੇ ਇਕੱਠੇ ਹੋ ਕੇ ਖੇਡਣਾ ਜੇ। ਉਹਦੇ ਵਿੱਚ ਅਜਿਹੀ ਸਾਂਝ ਗੰਢੀ ਜਾਂਦੀ ਸੀ ਜਿੱਥੇ ਇੱਕ ਦੂਜੇ ਨਾਲ ਇੱਕ ਰੇਸ ਵਿੱਚ ਸ਼ਾਮਲ ਨਹੀਂ ਸੀ ਬੱਚੇ ਹੁੰਦੇ,
ਬਲਕਿ ਇੱਕ ਪਿਆਰ ਤੇ ਮੁਹੱਬਤ, ਇੱਕ ਤਾਂਘ ਪੈਦਾ ਹੁੰਦੀ ਸੀ। ਦੂਜੀ ਚੀਜ਼ ਕਿ ਕਿਸੇ ਇੱਕ ਨੂੰ ਸੱਟ ਵੱਜ ਜਾਣੀ ਤਾਂ ਸਾਰਿਆਂ ਨੇ ਉਹਦੇ ਮਦਦ ਲਈ ਖੜੇ ਹੋਣਾ, ਕਿਸੇ ਨੇ ਦੌੜ ਕੇ ਪਾਣੀ ਲਿਆਣਾ, ਕਿਸੇ ਨੇ ਪੱਟੀ ਲਿਆਣੀ, ਕਿਸੇ ਨੇ ਦਵਾਈ ਚੁੱਕਣੀ। ਦਾ ਮਤਲਬ ਸੀ ਇੱਕ ਤਰਸ ਦੀ ਭਾਵਨਾ ਜੋ ਆਪਣੇ ਭਾਵੇਂ ਤੁਸੀਂ ਪਾਲਤੂ ਜਾਨਵਰ ਦੇ ਨਾਲ ਖੇਡਦੇ ਆ ਜਾਂ ਸੜਕ ਤੇ ਕਿਸੇ ਨੂੰ ਦੇਖਿਆ ਲੋੜੀਂਦੇ ਨੂੰ ਉਹਦੀ ਮਦਦ ਲਈ ਖੜੇ ਹੋ ਜਾਣਾ, ਕੋਈ ਡਿੱਗਿਆ ਦੇਖਣਾ, ਉਹਨੂੰ ਬੱਚੇ ਨੇ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਨੀ। ਇਹ ਚੀਜ਼ਾਂ ਸਨ ਜੋ ਆਟੋਮੈਟਿਕਲੀ ਬੱਚਿਆਂ ਦੇ ਮਨਾਂ ਦੇ ਅੰਦਰ ਪੈਦਾ ਹੋ ਰਹੀਆਂ ਸਨ, ਜਿਹਦੇ ਵਿੱਚ ਸ਼ਾਇਦ ਸਾਨੂੰ ਪਤਾ ਹੀ ਨਹੀਂ ਸੀ ਕਿ ਜਾਣੇ ਅਣਜਾਣੇ ਸਾਡੇ ਬੱਚੇ ਕੀ ਕੁਝ ਸਿੱਖ ਰਹੇ ਨੇ। ਇੱਕ ਸਾਂਝ, ਇੱਕ ਪਿਆਰ, ਇੱਕ ਮੁਹੱਬਤ, ਇੱਕ ਤਰਸ ਦੀ ਭਾਵਨਾ, ਦੂਜੇ ਲਈ ਕੁਝ ਕਰ ਗੁਜ਼ਰਨਾ, ਇਹ ਚੀਜ਼ਾਂ ਆਟੋਮੈਟਿਕਲੀ ਸਿਰਫ ਬੱਚਿਆਂ ਦੀਆਂ ਖੇਡਾਂ ਰਾਹੀਂ ਉਹਨਾਂ ਦੇ ਅੰਦਰ ਪਨਪ ਰਹੀਆਂ ਸਨ। ਜੀ ਜੀ ਉਹਦੇ ਵਿੱਚ ਅਸੀਂ ਜੋ ਵਿਗਾੜ ਲੈ ਕੇ ਆਏ ਹਾਂ ਕਿ ਅਸੀਂ ਉਹਨਾਂ ਦੀ ਉਹ ਸਾਂਝ ਖਤਮ ਕੀਤੀ, ਜਿਸ ਨਾਲ ਸਾਡਾ ਆਪਣਾ ਜੋ ਬਹੁਤ ਸਾਰਾ ਸੱਭਿਆਚਾਰਕ ਅੰਸ਼ ਸੀ ਉਹ ਖਤਮ ਹੋਇਆ, ਸਾਡੀਆਂ ਉਹ ਖੇਡਾਂ ਹੀ ਲੋਪ ਹੋ ਗਈਆਂ। ਤੇ ਹੌਲੀ ਹੌਲੀ ਅਸੀਂ ਜਿਸ ਤਰੀਕੇ ਦੇ ਮਾਨਸਿਕ ਰੋਗੀ ਬੱਚਿਆਂ ਨੂੰ ਬਣਾ ਦਿੱਤਾ, ਉਹਦੇ ਵਿੱਚ ਖਿਆਲ ਕਰੋ ਕਿ ਇਹਨਾਂ ਨੇ ਇੱਕ ਗੇਮ ਦੇ ਵਿੱਚ ਇਹੀ ਦੇਖਣਾ ਕਿ ਜਿੱਥੇ ਵੀ ਕਿਤੇ ਕੋਈ ਲੁਕਿਆ ਲੱਭ ਰਿਹਾ, ਉਹ ਹੁਣ ਇਸ ਮੌਕੇ ਤੇ ਇੱਕਦਮ ਅੱਗੇ ਆਏਗਾ, ਮੈਂ ਇੰਝ ਗੋਲੀਆਂ ਵਰਾਉਣੀਆਂ। ਤੇ ਕਦੇ ਵੇਖਿਓ ਕਿ ਕਿੰਨੇ ਟੈਂਸ ਬੱਚੇ ਬੈਠੇ ਹੁੰਦੇ ਨੇ, ਕਿਵੇਂ ਇਸ ਤਰ੍ਹਾਂ ਹੱਥਾਂ ਤੇ ਦੱਬਿਆ ਹੋਇਆ ਤੇ ਲਗਾਤਾਰ ਇਸ ਤਰ੍ਹਾਂ ਹਿੱਲੀ ਜਾਣਾ ਤੇ ਪੂਰੀ ਜ਼ੋਰ ਦੀ ਉਹਨੂੰ ਮਾਰਨਾ, ਢਹਿ ਢੇਰੀ ਕਰਨਾ। ਇਸ ਤਰੀਕੇ ਦਾ ਜੋ ਬੱਚੇ ਦਾ ਤੁਸੀਂ ਵੇਖਦੇ ਹੋ ਹਾਲਾਤ, ਉਹਦੇ ਵਿੱਚ ਉਸ ਬੱਚੇ ਨੇ ਜਿਸ ਤਰੀਕੇ ਦਾ ਮਾਨਸਿਕ ਰੋਗੀ ਬਣ ਕੇ ਨਿਕਲਣਾ, ਉਹ ਸਾਡੇ ਸਾਹਮਣੇ ਨੇ। ਬਹੁਤ ਭਾਰੀ ਗਿਣਤੀ ਵਿੱਚ ਆਟਿਜ਼ਮ, ਟਿਕ ਕੇ ਨਾ ਬੈਠ ਸਕਣਾ, ਉਹਨਾਂ ਦਾ ਜ਼ਿੱਦ ਕਰਨੀ, ਲੜਾਈ ਕਰਨੀ, ਮਾਰ ਕੁਟਾਈ ਕਰਨੀ, ਰੋਡ ਰੇਸ, ਉਹਦੇ ਵਿੱਚ ਫਿਰ ਆਪਣੀ ਇੱਕ ਯਾਨੀ ਇਹ ਸ਼ੋਅ ਕਰਨਾ ਕਿ ਮੈਂ ਫਲਾਣੇ ਪਿਓ ਦਾ ਪੁੱਤਰ ਆ, ਮੇਰੇ ਪਿਓ ਦਾ ਰੁਤਬਾ ਇਹ ਹੈ, ਮੇਰੇ ਕੋਲ ਇੰਨੇ ਪੈਸੇ ਨੇ, ਉਹ ਹੈਂਕੜ, ਉਹ ਸਾਰੀਆਂ ਚੀਜ਼ਾਂ ਉਹਨਾਂ ਦਾ ਬਚਪਨ ਗਵਾ ਚੁੱਕੀਆਂ ਨੇ। ਉਹ ਗੁੰਮ ਗਿਆ ਬਚਪਨ, ਜਿਹਦੇ ਵਿੱਚ ਅਨਭੋਲ ਬੱਚਾ ਬਹੁਤ ਕੁਝ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਵੀ ਕਰਦਾ ਹੈ ਜਿੱਥੋਂ ਸਾਨੂੰ ਸੋਚਣ ਤੇ ਬਹੁਤ ਕੁਝ ਕਦੇ ਕਦੇ ਮਜਬੂਰ ਵੀ ਹੋਣਾ ਪੈਂਦਾ ਸੀ। ਜੀ ਉਹ ਸਾਰੀਆਂ ਚੀਜ਼ਾਂ ਛੱਡ ਕੇ ਜਿਸ ਤਰੀਕੇ ਦੀ ਉਹ ਹੁਣ ਇਸ ਮਾਨਸਿਕ ਸਥਿਤੀ ਵਿੱਚ ਹੈ, ਉਹਦੇ ਉੱਪਰ ਵੇਖੋ ਕੀ ਲਾਗੂ ਹੁੰਦਾ ਹੈ ਕਿ ਬੱਚਿਆਂ ਦੇ ਉਹ ਪਿਆਰੇ ਜਿਹੇ ਗੀਤ ਜਿਹੜੇ ਉਹਨਾਂ ਨੂੰ ਸਹਿਜ ਕਰਦੇ ਸਨ, ਜਿਹੜੇ ਉਹਨਾਂ ਨੂੰ ਦੇਸ਼ ਪ੍ਰੇਮ ਵੱਲ ਤੋਰਦੇ ਸਨ, ਜਿਹਦੇ ਵਿੱਚ ਮਾਪਿਆਂ ਨੂੰ ਉਤਾਂਹ ਦਿਖਾਇਆ ਜਾਂਦਾ ਸੀ, ਦਾਦਾ ਦਾਦੀ ਦਾ ਰਿਸ਼ਤਾ ਜਿਸ ਵਿੱਚ ਸੀ, ਜਿਸ ਚ ਭੂਆ ਜਾਂ ਮਾਸੀ ਆਉਂਦੀ ਸੀ, ਉਹਨਾਂ ਗਾਣਿਆਂ ਨੂੰ ਛੱਡ ਕੇ ਅਸੀਂ ਜਿਸਮਾਂ ਦੀ ਨੁਮਾਇਸ਼ ਉਹਨਾਂ ਦੇ ਵਿੱਚ ਲੈ ਆਏ, ਗੋਲੀਆਂ ਲੈ ਆਏ, ਉਸ ਵਿੱਚ ਰਫ਼ਤਾਰ ਲੈ ਆਏ ਕਿ ਤੇਜ਼ ਦੌੜੋ, ਕਿਤੇ ਸਹਿਜ ਹੋਣਾ ਉਹ ਭੁੱਲ ਗਏ। ਜੀ ਜੀ ਹੁਣ ਉਹ ਬੱਚਾ ਜਿਸ ਦੇ ਕੋਲ ਇੱਕ ਵੱਡੇ ਨਾਲੋਂ ਸ਼ਾਇਦ 10 ਗੁਣਾ ਵੱਧ ਤਾਕਤ ਹੈ, ਜਿਸ ਦਾ ਦਿਮਾਗ ਸਮਾਉਣ ਦੀ ਤਾਕਤ ਵੀ ਰੱਖਦਾ ਜੇ, ਜਿਸ ਚ ਸਰੀਰਕ ਵੀ ਤਾਕਤ ਬਹੁਤ ਹੈ, ਉਹ એનર્ਜੀ ਕਿਸ ਪਾਸੇ ਨੂੰ ਤੁਰ ਰਹੀ ਹੈ? ਉਹ એનર્ਜੀ ਗਈ ਇੱਕ ਅਜਿਹੀ ਗਲੋਰੀਫਿਕੇਸ਼ਨ ਵੱਲ ਕਿ ਮੈਂ ਜੇ ਟੀਵੀ ਦੇਖਦਾ ਜਾਂ ਮੋਬਾਈਲ ਦੇਖਦਾ ਤਾਂ ਮੈਨੂੰ ਉਹਦੇ ਵਿੱਚ ਅਲੱਗ-ਅਲੱਗ ਕਿਸਮ ਦੀਆਂ ਔਰਤਾਂ ਜੋ ਜਿਨ੍ਹਾਂ ਨੇ ਅੱਧੇ ਵਸਤਰ ਪਾਏ ਨੇ, ਜਾਂ ਜਿਨ੍ਹਾਂ ਨੂੰ ਮਦਹੋਸ਼ ਦਿਖਾਉਣਾ, ਜਾਂ ਜਿਨ੍ਹਾਂ ਨੇ ਅਜੀਬ ਤਰੀਕੇ ਦੇ ਨਾਚ ਗਾਣਿਆਂ ਵਿੱਚ ਦੇਖਣਾ, ਜਿਸ ਨੂੰ ਬਹੁਤ ਇਹ ਗਲੋਰੀਫਾਈ ਕੀਤਾ ਜਾਂਦਾ ਹੈ ਕਿ ਇਹ ਮੇਰਾ ਸੱਭਿਆਚਾਰ ਹੈ, ਮੈਂ ਇਸ ਨੂੰ ਅਪਣਾਉਣਾ ਹੈ। ਇਸ ਤਰੀਕੇ ਦਾ ਗਨ ਕਲਚਰ, ਕਿਉਂਕਿ ਉਹਨੇ ਉਹ ਖੇਡਾਂ ਚੋਂ ਸਿੱਖ ਲਿਆ ਕਿ ਮੈਂ ਕਿਵੇਂ ਕਾਰ ਰੇਸ 'ਚ ਜਾਣਾ, ਕਿਵੇਂ ਉਹ ਟੈਂਸ ਰਹਿਣਾ। ਨਤੀਜਾ ਇਹ ਜੇ ਕਿ ਛੋਟੇ ਛੋਟੇ ਬੱਚਿਆਂ ਨੂੰ ਜਿਸ ਤਰੀਕੇ ਦੀ ਬਲੱਡ ਪ੍ਰੈਸ਼ਰ ਦਾ ਵਾਧਾ ਜਾਂ ਇਹਨਾਂ ਵਿੱਚ ਮੈਟਾਬੋਲਿਕ ਸਿੰਡਰੋਮ ਜੋ ਇਸ ਵੇਲੇ ਦਿਖਣ ਲੱਗ ਚੁੱਕੇ ਨੇ, ਇਹ ਕਈ ਕਿਸਮਾਂ ਦੇ ਰੋਗ ਨੇ ਜਿਹੜੇ ਉਹਨਾਂ ਨੂੰ ਲੱਗ ਗਏ ਤੇ ਭਾਰੀ ਮਾਤਰਾ ਵਿੱਚ, ਜੋ ਅੱਜ ਤੱਕ ਕਦੇ ਵੀ ਨਹੀਂ ਸੀ ਦਿਖਦਾ। ਸਾਡਾ ਯੂਥ ਡਿਪਰੈਸ਼ਨ, ਜਿਸ ਤਰੀਕੇ ਦੇ ਉਹ ਹੌਲੀ ਹੌਲੀ ਖੁਦਕੁਸ਼ੀਆਂ ਵੱਲ, ਤੇ ਜਾਂ ਫਿਰ ਉਸ ਡਿਪਰੈਸ਼ਨ ਨੂੰ ਖਤਮ ਕਰਨ ਲਈ ਉਹ ਨਸ਼ਿਆਂ ਦਾ ਸਹਾਰਾ ਲੈਣਾ ਜਾਂ ਰੇਵ ਪਾਰਟੀਜ਼ ਵਿੱਚ ਜਾਂ ਇਹਨਾਂ ਥਾਵਾਂ ਤੇ ਜਾਣਾ, ਉਹ ਆਪਣੇ ਅੰਦਰਲੀ ਉਹੀ ਘਬਰਾਹਟ, ਉਹੀ ਜੋ ਉਹਦੇ ਅੰਦਰ ਜਮਾ ਹੋਈ ਸੀ, ਉਹਨੂੰ ਕੱਢਣ ਲਈ ਕਿ ਮੈਂ ਇਹ ਨਸ਼ੇ ਦੇ ਵਿੱਚ ਥਿਰਕਾਂਗਾ, ਮੈਂ ਨੱਚਾਂਗਾ ਤਾਂ ਸ਼ਾਇਦ ਮੈਂ ਉਹ ਥੱਕ ਟੁੱਟ ਕੇ ਜੋ ਦਿਮਾਗ ਦੇ ਅੰਦਰ ਕੜਾਓ ਹੋਇਆ ਪਿਆ, ਸ਼ਾਇਦ ਮੇਰਾ ਉਹ ਘਟ ਜਾਵੇ। ਉਸੇ ਦੇ ਨਾਲ ਜੁੜਿਆ ਇਹ ਇੱਕ ਸੀਕੁਐਂਸ ਜਿਸ ਵਿੱਚ
ਅਸੀਂ ਖਬਰਾਂ ਰਾਹੀਂ ਵੀ ਹੋਰ ਕਈ ਥਾਈਂ ਗਲੋਰੀਫਾਈ ਕਰਦੇ ਹਾਂ ਇਸੇ ਗਨ ਕਲਚਰ ਨੂੰ, ਜਾਂ ਜਿਨ੍ਹਾਂ ਨੇ ਮਾਰਿਆ ਜਾਂ ਜਿਨ੍ਹਾਂ ਨੇ ਕ੍ਰਾਈਮ ਕੀਤਾ ਉਹ ਕ੍ਰਿਮੀਨਲ ਕਿਸ ਤਰੀਕੇ ਅਸੀਂ ਵੀਵੀਆਈਪੀ ਦਿਖਾਉਂਦੇ ਆ ਕਿ ਇਹਨਾਂ ਲਈ ਇਸ ਤਰੀਕੇ ਲੋਕ ਇਹਨਾਂ ਨੂੰ ਮਿਲਣਾ ਚਾਹੁੰਦੇ ਨੇ, ਕਿਵੇਂ ਇਹਨਾਂ ਦੇ ਫੈਨਸ ਨੇ, ਉਹਨਾਂ ਦੇ ਫੈਨ ਕਲੱਬ ਸ਼ੁਰੂ ਹੋਏ ਨੇ। ਇਹ ਬੱਚੇ ਨੂੰ ਹੌਲੀ ਹੌਲੀ ਇੱਕ ਅਜਿਹੇ ਸਿਸਟਮ ਵਿੱਚ ਬੰਨ ਦਿੰਦਾ ਜੇ ਉਹਨਾਂ ਤਾਰਾਂ ਵਿੱਚ ਜਿੱਥੋਂ ਦਾ ਨਿਕਲਣਾ ਲਗਭਗ ਨਾਮੁਮਕਿਨ ਹੋ ਜਾਂਦਾ, ਜੋ ਖਿੱਚਿਆ ਤੁਰਿਆ ਜਾਂਦਾ, ਜਿਨ੍ਹਾਂ ਵਿੱਚ ਸਕੂਲ ਤੋਂ ਭੱਜਣਾ ਤੇ ਫਿਰ ਇੱਕ ਵੱਡੇ ਇੱਕ ਉਹ ਹੇੜ ਜਿਹੜੀ ਅਸੀਂ ਵਿਹਲੜ ਅਨਪੜ੍ਹ ਸ਼ੁਰੂ ਕਰ ਦਿੱਤੇ ਨੇ ਬਣਾਉਣੇ, ਜਿਹੜੇ ਸਕੂਲਾਂ ਤੋਂ ਭੱਜੇ ਹੋਏ ਨੇ ਤੇ ਜਿਨ੍ਹਾਂ ਨੂੰ ਸਪੋਰਟ ਸਿਸਟਮ ਮਿਲ ਰਿਹਾ ਸਾਡੇ ਹੀ ਸਿਆਸਤਦਾਨਾਂ ਵੱਲੋਂ ਕਿ ਤੁਸੀਂ ਸਾਡੇ ਗਰੁੱਪ ਵਿੱਚ ਸ਼ਾਮਲ ਹੋਵੋ। ਇੱਕ ਡਰ ਇੱਕ ਭੈ ਦਾ ਸਿਸਟਮ ਤਿਆਰ ਕਰਨ ਲਈ ਉਹ ਗੈਂਗਸ ਜੋ ਤਿਆਰ ਕਰਦੇ ਨੇ, ਉਹਦੇ ਵਿੱਚ ਤੁਸੀਂ ਸਮਝ ਲਓ ਕਿ ਈਜ਼ੀ ਮਨੀ ਆ ਰਹੀ ਹੋਵੇ, ਫਿਰ ਤੁਹਾਨੂੰ ਜਿਸ ਤਰੀਕੇ ਦੀ ਉਹ ਹੁਣ ਅਡਿਕਸ਼ਨ ਪਹਿਲਾਂ ਹੀ ਹੋਈ ਪਈ ਜੇ, ਉਹਦੇ ਵਿੱਚ ਤੁਸੀਂ ਕਦੇ ਧਿਆਨ ਕਰਿਓ ਜੇ ਤੁਸੀਂ ਕਦੇ ਵੀ ਵੇਖਿਆ ਹੋਵੇ ਕਿ ਕੋਈ ਸਿਆਸਤਦਾਨ ਆ ਰਿਹਾ ਹੋਵੇ, ਉਹਦੇ ਆਸ-ਪਾਸ ਖੜੇ ਹੋਣ ਜਿਹੜੇ ਲੋਕ, ਉਹ ਉਹਨਾਂ ਦੇ ਜੋ ਹਥਿਆਰ ਫੜੀ ਉਹਨਾਂ ਨੂੰ ਬਚਾਉਣ ਵਾਲੇ ਨੇ, ਉਹ ਆਮ ਲੋਕਾਂ ਨੂੰ, ਤੁਹਾਡੇ ਮੇਰੇ ਵਰਗਿਆਂ ਨੂੰ ਜਿਸ ਤਰੀਕੇ ਧੱਕੇ ਮਾਰਦੇ ਨੇ ਜੀ, ਤੁਸੀਂ ਯਾਨੀ ਉਹਨਾਂ ਨੂੰ ਲੱਗਦਾ ਕਿ ਅਸੀਂ ਕਿਤੇ ਕਿਸੇ ਪਾਵਰਫੁਲ ਚੀਜ਼ ਵਿੱਚ ਆ, ਬਾਕੀ ਖਰੇ ਕੀੜੇ ਮਕੌੜੇ ਹੀ ਨੇ, ਇਹਨਾਂ ਨੂੰ ਪਰਾਂ ਧੱਕ ਸਕਦੇ ਆ। ਤੇ ਗੱਲ ਉਹੀ ਜੇ ਸਿਸਟਮ, ਜੇ ਮੈਂ ਤੁਹਾਨੂੰ ਪੁਰਾਣਾ ਲੈ ਜਾਵਾਂ, ਇਹ ਅੰਦਰੋਂ ਕਿੰਨੇ ਕੁ ਡਿਪਰੈਸਡ ਨੇ, ਮੈਂ ਨਾਮ ਕਿਸੇ ਦਾ ਵੀ ਨਹੀਂ ਲੈਣਾ, ਬਹੁਤ ਉੱਚ ਪੱਧਰੀ ਜੋ ਪਹੁੰਚੇ ਹੋਏ ਅਹੁਦਿਆਂ ਤੇ, ਜਿਸ ਤਰੀਕੇ ਕਦੇ ਉਹਨਾਂ ਨਾਲ ਗੱਲ ਹੁੰਦੀ ਹੈ ਜਿਵੇਂ ਸੁਣੀਦਾ ਕਿ ਇੰਨਾ ਕੁਝ ਤੁਹਾਡੇ ਕੋਲ ਹੋਵੇ, ਇੱਕ ਮੰਤਰੀ ਤੱਕ ਬਣ ਜਾਣਾ, ਐਡਾ ਵੱਡਾ ਅਹੁਦਾ ਹੋਣਾ, ਸਾਰਾ ਕੁਝ ਹਾਸਲ ਹੋਵੇ, ਲੋਕ ਤਰਸਦੇ ਹੋਣ ਉੱਥੇ ਜਾਣ ਨੂੰ, ਚੁਫੇਰੇ ਤੁਹਾਨੂੰ ਬਚਾਉਣ ਲਈ ਲੋਕ ਖੜੇ ਹੋਣ, ਹਰ ਚੀਜ਼ ਤੁਹਾਡੇ ਕੋਲ ਮੁਫਤ ਹੁਕਮ ਚੱਲਦਾ ਹੋਏ ਤੇ ਤੁਸੀਂ ਡਿਪਰੈਸ਼ਨ ਦੀਆਂ ਗੋਲੀਆਂ ਖਾਂਦੇ ਹੋ। ਤੁਹਾਨੂੰ ਮਹਿਸੂਸ ਹੁੰਦਾ ਜੇ ਕਿ ਮੈਂ ਪਤਾ ਨਹੀਂ ਕੀ ਹਾਸਲ ਨਹੀਂ ਕਰ ਸਕਿਆ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਉਸੇ ਦੌੜ 'ਚ ਸ਼ਾਮਲ ਹੈ ਕਿ ਸ਼ਾਮ ਹੋ ਚੱਲੀ ਜੇ, ਪਤਾ ਨਹੀਂ ਕੱਲ ਨੂੰ ਰਹਿਣਾ ਜਾਂ ਨਹੀਂ, ਹਾਰਟ ਅਟੈਕ ਨਾਲ ਕਦੋਂ ਤੁਰ ਜਾਣਾ, ਜਾਂ ਇੱਕ ਪੌੜੀ ਹੋਈ ਫਿਸਲ ਕੇ ਕੀ ਸਿਰ ਤੇ ਸੱਟ ਵੱਜਣੀ, ਅਗਲੇ ਪਲ ਅਸੀਂ ਹੋਣਾ ਕਿ ਨਹੀਂ। ਪਰ ਉਹ ਖੁਸ਼ੀ ਮਹਿਸੂਸ ਨਹੀਂ ਕਰ ਸਕੀ ਅਸੀਂ, ਉਹ ਸਮਾਂ ਜੋ ਹਾਸਲ ਹੋ ਚੁੱਕਿਆ ਉਹਨੂੰ ਮਾਨਣਾ ਭੁੱਲ ਚੁੱਕੇ ਆ। ਸਾਡੀ ਆਪਣੀ ਜੋ ਦੋਸਤਾਂ ਨਾਲ ਸਾਂਝ ਸੀ ਖਤਮ ਹੋ ਗਈ। ਉਹ ਸਾਰਾ ਕੁਝ ਪਹੁੰਚ ਰਿਹਾ ਜੇ ਸਾਡੇ ਨਿੱਕੇ ਨਿੱਕੇ ਬੱਚਿਆਂ ਦੇ ਕੋਲ ਕਿ ਸਾਡੇ ਮਾਪੇ ਵੀ ਕਾਨੂੰਨ ਤੋੜਦੇ ਨੇ, ਸਾਡੇ ਆਲੇ ਦੁਆਲੇ ਜਿਹੜੇ ਅਗਾਂਹ ਵੱਧ ਰਹੇ ਨੇ ਕਿਸ ਤਰੀਕੇ ਅਗਾਂਹ ਵੱਧ ਰਹੇ ਨੇ। ਤਾਂ ਫਿਰ ਉਹ ਜਿਹੜੀ ਈਜ਼ੀ ਮਨੀ ਤੇ ਨਾਲ ਆਪਣਾ ਡਿਪਰੈਸ਼ਨ, ਇਹ ਸਾਰਾ ਕੁਝ ਜੋ ਨਿਚੋੜ ਜੇ ਸਾਡੇ ਬੱਚਿਆਂ ਨੂੰ ਕ੍ਰਿਮੀਨਲ ਬਣਾ ਰਿਹਾ ਜੇ, ਤੇ ਅਸੀਂ ਉਹਦੇ ਵਿੱਚੋਂ ਇਹ ਭੁੱਲ ਹੀ ਗਏ ਕਿ ਜਦੋਂ ਅਗਲਾ ਪੌਦਾ ਅਸੀਂ ਲਾ ਰਹੇ ਹਾਂ ਉਹ ਜੜ੍ਹਾਂ ਤੋਂ ਬਗੈਰ ਜੇ। ਕਿੰਨੀ ਦੇਰ ਇਹ ਦਰਖਤ ਹੋਣਗੇ ਅੱਗੋਂ ਨਿੱਕੇ ਜੇ ਤੁਹਾਨੂੰ ਦਿਸਦੇ, ਤੇ ਨਤੀਜਾ ਯੰਗ ਡੈਥ। ਜ਼ਰਾ ਧਿਆਨ ਕਰਿਓ, ਇਨਕਰੀਜ਼ 33%, ਕੋਈ ਥੋੜਾ ਨਹੀਂ ਜੇ, 33% ਵਾਧਾ ਹੋਇਆ ਜੇ ਸਾਡੇ ਨੌਜਵਾਨ ਬੱਚੇ ਜੋ ਹਾਰਟ ਅਟੈਕਸ ਨਾਲ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋ ਚੁੱਕੇ ਨੇ, ਪਤਾ ਹੀ ਨਹੀਂ। ਇਹ ਅਸੀਂ ਸਟੱਡੀ ਕਰ ਰਹੇ ਹਾਂ ਅੱਜ ਕੱਲ ਰਜਿੰਦਰਾ ਹਸਪੀਟਲ ਵਿੱਚ, ਹਰ ਬੱਚੇ ਦਾ ਜੋ ਅਸੀਂ ਬਲੱਡ ਪ੍ਰੈਸ਼ਰ ਕਰਨਾ ਸ਼ੁਰੂ ਕੀਤਾ ਚੈੱਕ, ਹੈਰਾਨ ਹੋਈਦਾ, ਨਾ ਮਾਪਿਆਂ ਨੂੰ ਪਤਾ ਨਾ ਬੱਚਿਆਂ ਨੂੰ, ਕਿ ਇੰਨੀ ਭਾਰੀ ਗਿਣਤੀ ਵਿੱਚ ਨੌਜਵਾਨ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੀਆਂ ਹੁਣ ਦਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਅਸੀਂ, ਕਿਉਂਕਿ ਨਾ ਤਾਂ ਉਹ ਖੇਡਦੇ ਨੇ, ਨਾ ਖੁਰਾਕ ਉਹਨਾਂ ਦੀ ਸਹੀ, ਤੇ ਲਗਾਤਾਰ ਤਣਾਅ ਦਾ ਰਹਿਣਾ ਜੋ ਉਹਨਾਂ ਨੂੰ ਇਸ ਤਰੀਕੇ 'ਚ ਯਾਨੀ ਸਹਿਜ ਹੋਣਾ ਉਹ ਭੁੱਲ ਹੀ ਚੁੱਕੇ ਨੇ। ਤੇ ਖਿਮਾ ਕਰਿਓ, ਜਿਸ ਤਰੀਕੇ ਦੀ ਸ਼ਬਦਾਵਲੀ ਉਹ ਵਾਪਸ ਮਾਪਿਆਂ ਨੂੰ ਬੋਲਦੇ ਨੇ, ਕਈ ਵਾਰ ਦਾ ਡਰ ਹੀ ਪੈ ਜਾਂਦਾ ਹੈ ਕਿ ਅਸੀਂ ਪਤਾ ਨਹੀਂ ਸ਼ਾਇਦ ਕਿਸੇ ਨੂੰ ਇਹ ਸਿਖਾਇਆ ਹੀ ਨਹੀਂ ਬੱਚਿਆਂ ਨੂੰ ਦੂਜੇ ਦੀ ਇੱਜ਼ਤ ਕਰਨੀ ਹੁੰਦੀ ਹੈ, ਜਾਂ ਕਿਸ ਤਰੀਕੇ ਵੱਡਿਆਂ ਨਾਲ ਵਿਹਾਰ ਕਰਨਾ ਹੁੰਦਾ, ਭੁੱਲ ਹੀ ਗਏ ਕਿ ਉਹ ਇਹ ਮੈਂ ਤਾਂ ਬੋਲਦਿਆਂ ਵੀ ਮੇਰਾ ਦਿਲ ਜਿਹਾ ਘਬਰਾਉਂਦਾ ਹੈ ਕਿ ਇਸ ਤਰੀਕੇ ਦੇ ਸ਼ਬਦ ਕਈ ਵਾਰ ਆਊਟਡੋਰ 'ਚ ਹੀ ਬੈਠੇ ਸੁਣ ਲਈਦੇ ਨੇ ਕਿ ਪਿਓ ਨੂੰ ਵੀ ਤੂੰ ਕਹਿ ਕੇ ਤੇ ਤੂੰ ਚੁੱਪ ਕਰ, ਮੈਂ ਆਪੇ ਦੱਸ ਲੈਣਾ। ਇਸ ਤਰੀਕੇ ਦੀ ਗੱਲ ਜਦੋਂ ਬੱਚਾ ਕਰਦਾ, ਧੱਕਾ ਜਿਹਾ ਮਹਿਸੂਸ ਹੁੰਦਾ ਕਿ ਅਸੀਂ ਸ਼ਾਇਦ ਇਹ ਵੀ ਸਿਖਾਇਆ ਨਹੀਂ ਬੱਚਿਆਂ ਨੂੰ, ਇੰਨਾ ਵੀ ਸਮਾਂ ਨਹੀਂ ਦਿੱਤਾ ਅਸੀਂ ਆਪਣੇ ਕੰਮਕਾਰ 'ਚ ਰੁੱਝੇ ਹੋਇਆਂ ਨੇ ਕਿ ਬੱਚੇ ਨੂੰ ਸਿਖਾਉਣਾ ਹੈ ਮਾਂ ਜਾਂ ਪਿਓ ਦੀ ਕਿਵੇਂ ਇੱਜ਼ਤ ਕਰਨੀ ਹੈ, ਜਾਂ ਵੱਡਿਆਂ ਨਾਲ ਕਿਸ ਤਰੀਕੇ ਗੱਲ ਕਰਨੀ ਹੈ। ਤਾਂ ਫਿਰ ਇਹ ਸਾਡੇ ਸਾਹਮਣੇ ਆਉਣਾ ਜੇ ਕਿਉਂ ਬਜ਼ੁਰਗ ਘਰ ਵੱਧ ਰਹੇ ਨੇ,
ਜੀ ਕਿਉਂ ਜੀ ਇਹ ਮੈਮ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ, ਕਿਉਂ ਜੀ ਰਿਸ਼ਤੇ ਤਿੜਕ ਰਹੇ ਨੇ, ਕਿਉਂ ਜੀ ਸਾਡੇ ਡਾਈਵੋਰਸਿਸ ਵੱਧਦੇ ਜਾ ਰਹੇ ਨੇ, ਉਹਨਾਂ ਘਰਾਂ ਦੇ ਵਿੱਚ ਕਿਸ ਤਰੀਕੇ ਸਾਡੇ ਬੱਚੇ ਨਾਰਮਲ ਰਹਿਣਗੇ ਜਿੱਥੇ ਮਾਂ ਜਾਂ ਪਿਓ ਲਗਾਤਾਰ ਆਪਣੇ ਕੰਮਾਂ 'ਚ ਰੁੱਝੇ ਜਾਂ ਲੜਾਈ ਝਗੜੇ ਕਰ ਰਹੇ ਨੇ, ਉਹ ਬੱਚੇ ਕਿਵੇਂ ਅਸੀਂ ਨਾਰਮਲ ਸੋਚ ਸਕਦੇ ਹੋਣਗੇ। ਜੀ ਬਿਲਕੁਲ ਮੈਮ, ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਇੰਨੇ ਜ਼ਿਆਦਾ ਵਿਅਸਤ ਹੋ ਗਏ ਕਿ ਅਸੀਂ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ। ਅਸੀਂ ਆਪਣੇ ਬੱਚਿਆਂ ਨਾਲ ਜੋ ਮੋਹ ਪਿਆਰ ਦਾ ਸਮਾਂ, ਜੋ ਉਹਨਾਂ ਨੂੰ ਸਿਖਾਉਣ ਦਾ ਸਮਾਂ, ਜੋ ਉਹਨਾਂ ਨੂੰ ਘੁਮਾਉਣ ਫਿਰਾਉਣ ਦਾ ਸਮਾਂ, ਜੋ ਉਹਨਾਂ ਨਾਲ ਖੇਡਣ ਦਾ ਸਮਾਂ, ਉਹ ਅਸੀਂ ਉਹਨਾਂ ਨੂੰ ਨਹੀਂ ਦੇ ਪਾ ਰਹੇ, ਜਿਸ ਦੇ ਕਾਰਨ ਸਾਡੇ ਬੱਚੇ ਇਕੱਲੇ ਫੋਨ ਤੇ ਹੀ ਸਿਮਟ ਕੇ ਰਹਿ ਗਏ ਨੇ ਤੇ ਉਹ ਵੱਡੇ ਉਸ ਤਰੀਕੇ ਨਾਲ ਹੋ ਰਹੇ ਨੇ ਕਿ ਉਹਨਾਂ ਦੇ ਵਿੱਚ, ਜਿਵੇਂ ਮੈਮ ਨੇ ਕਿਹਾ ਸੀ, ਕਿ ਬਲੱਡ ਪ੍ਰੈਸ਼ਰ ਦੇ ਰੋਗ ਵੱਧ ਰਹੇ ਨੇ, ਗੁੱਸਾ ਵੱਧ ਰਿਹਾ ਉਹਨਾਂ ਦੇ ਵਿੱਚ, ਇਕੱਲਾਪਣ ਉਹਨਾਂ ਨੂੰ ਖਾ ਰਿਹਾ ਹੈ। ਸ਼ਾਇਦ ਅਸੀਂ ਆਪਣੇ ਬੱਚਿਆਂ ਨੂੰ ਇੰਨੇ ਇਕੱਲੇ ਨਾ ਕਰ ਦਈਏ ਕਿ ਉਹ ਸਾਡੇ ਤੋਂ ਵੀ ਟੁੱਟ ਜਾਣ, ਬਾਕੀ ਸਮਾਜ ਨਾਲੋਂ ਵੀ ਟੁੱਟ ਜਾਣ, ਤੇ ਉਹੀ ਜਿਵੇਂ ਲੋਕ ਚਾਹੁੰਦੇ ਨੇ ਕਿ ਕੋਈ ਬੱਚਾ ਹੋਵੇ ਜਿਸ ਨੂੰ ਅਸੀਂ ਕੁਰਾਹੇ ਪਾ ਸਕੀਏ, ਜਿਸ ਤੋਂ ਅਸੀਂ ਕ੍ਰਾਈਮ ਕਰਾ ਸਕੀਏ, ਅਗਲਾ ਬੱਚਾ ਸਾਡੇ ਘਰ ਦਾ ਨਾ ਹੋਵੇ। ਇਸ ਲਈ ਇਸ ਪ੍ਰੋਗਰਾਮ ਦੇ ਨਾਲ ਜ਼ਰੂਰ ਜੁੜੇ ਰਹੋ। ਜੀ ਮੈਮ। ਜੀ ਬਿਲਕੁਲ, ਇੱਕ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਖੋਜ ਜੋ ਮੈਂ ਜ਼ਰੂਰ ਸਾਂਝਾ ਕਰਨਾ ਚਾਹਾਂਗੀ, ਜਿਹੜੀ ਉਹਨਾਂ ਨੇ ਨੇਸ਼ਨ ਵਾਈਡ ਇੱਕ ਕੀਤਾ ਸੀ ਸਰਵੇ, ਜਿਹਦੇ ਵਿੱਚ ਮਾਪਿਆਂ ਤੋਂ ਭਰਵਾਏ ਸਨ ਬਹੁਤ ਕੁਝ, ਜਿਹੜੇ ਉਹਨਾਂ ਦੇ ਕੋਈ ਜਿਹੜੇ ਪਰਫਾਰਮੈਂਸ ਸੀਗੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੀ ਉਹਨਾਂ ਨੂੰ ਚੀਜ਼ਾਂ ਦਿਸਣ ਨੂੰ ਮਿਲੀਆਂ, ਜਿਹਦੇ ਵਿੱਚ ਇੱਕ ਅਹਿਮ ਚੀਜ਼ ਸੀ ਨੀਂਦਰ ਦਾ। ਯਾਨੀ ਉਹਨਾਂ ਨੇ ਵੇਖਿਆ ਕਿ ਜਿਹੜੇ ਵੀ ਬੱਚੇ ਮੋਬਾਈਲ ਫੋਨਸ ਤੀਜੀ ਤੋਂ ਪੰਜਵੀਂ ਜਮਾਤ ਦੇ ਵਿੱਚ, ਜਿਨ੍ਹਾਂ ਨੂੰ ਮਾਪੇ ਹੀ ਸ਼ਾਇਦ ਫੜਾ ਜਾਂਦੇ ਸਨ ਕਿ ਤੁਸੀਂ ਫੜੋ ਜੀ, ਮੈਨੂੰ ਤਾਂ ਵੈਸੇ ਕਹਿੰਦਿਆਂ ਦੁੱਖ ਹੀ ਹੁੰਦਾ ਹੈ ਕਿ ਅਸੀਂ ਤਾਂ ਸ਼ਾਇਦ 6 ਮਹੀਨੇ ਦੇ ਬੱਚੇ ਨੂੰ ਅਸੀਂ ਦੇਖਿਆ, ਆਪ ਵੀ ਮਾਂ ਆਪਣੀ ਰਸੋਈ 'ਚ ਕੰਮ ਕਰਨ ਗਈ ਤੇ ਉਹ ਰੋਂਦੇ ਦੇ ਅੱਗੇ ਫੜਾ ਗਈ ਮੋਬਾਈਲ, ਤੇ ਕਿਸ ਤਰੀਕੇ ਉਹ ਮਾਨਸਿਕ ਰੋਗੀ ਬਣ ਗਿਆ ਪੂਰਾ, ਕਿ ਉਹ ਜਦੋਂ ਹੀ ਮੋਬਾਈਲ ਚੁੱਕਣਾ ਤੇ ਉਹ ਇੰਨੀ ਬੁਰੀ ਤਰ੍ਹਾਂ ਪਿੱਟਣਾ, ਆਪਣਾ ਸਿਰ ਭੰਨਣਾ ਤੇ ਬੈੱਡ ਤੋਂ ਥੱਲੇ ਨੂੰ ਡਿੱਗਣ ਵਾਲਾ ਹਾਲ ਹੋ ਜਾਣਾ। ਇਸ ਤਰੀਕੇ ਦੇ ਅਸੀਂ ਮਾਨਸਿਕ ਰੋਗੀ ਤਿਆਰ ਕਰ ਰਹੇ ਹਾਂ। ਪਰ ਉਹਨਾਂ ਨੇ ਤਾਂ 3 ਤੋਂ 5 ਸਾਲ ਦੇ ਜਿਹੜੇ ਬੱਚੇ ਸਨ, ਉਹਨਾਂ ਦੇ ਵਿੱਚ ਦੇਖਿਆ ਕਿ ਜਦੋਂ ਉਹਨਾਂ ਨੂੰ ਮੋਬਾਈਲ ਫੋਨਸ ਦਿੱਤੇ ਗਏ ਸਨ, ਉਹਨਾਂ ਨੇ ਦੇਖਿਆ ਕਿ ਉਹਨਾਂ ਸਾਰਿਆਂ ਦੇ ਵਿੱਚ ਨੀਂਦਰ ਪੂਰੀ ਨਹੀਂ ਆ ਰਹੀ ਸੀ। ਇਹ ਜੋ ਪਰਫਾਰਮ ਹੈ, ਮੈਂ ਉਹੀ ਤੁਹਾਨੂੰ ਦੱਸ ਰਹੀ ਹਾਂ ਕਿ ਜਿਵੇਂ ਉਹਨਾਂ ਨੇ ਲੱਭਿਆ ਕਿ ਕਿਸ ਤਰੀਕੇ ਉਹਨਾਂ ਦੇ ਹੌਲੀ ਹੌਲੀ ਪੜ੍ਹਾਈ ਤੋਂ ਪਛੜਨ ਲੱਗ ਗਏ ਸਨ, ਜੀ ਕਿਵੇਂ ਉਹਨਾਂ ਨੇ ਉਹਨਾਂ ਫੋਨਾਂ ਦੇ ਨਾਲ ਹੀ, ਜਿਹੜੇ ਉਹਨਾਂ ਨੇ ਦੇਖਿਆ, ਜਿਹੜੇ 2 ਘੰਟਿਆਂ ਤੋਂ ਉੱਪਰ 24 ਆਵਰਸ ਦੀ ਗੱਲ ਕਰ ਰਹੀ ਹਾਂ, 24 ਘੰਟੇ 2 ਘੰਟਿਆਂ ਤੋਂ ਉੱਪਰ ਜਿਹੜੇ ਮੁਬਤਲੇ ਸਨ ਬੱਚੇ, ਉਹਨਾਂ ਵਿੱਚ ਬਾਹਰਲੀਆਂ ਖੇਡਾਂ ਦਾ ਰੁਝਾਨ ਵੀ ਘਟ ਰਿਹਾ ਸੀ, ਉਹਨਾਂ ਵਿੱਚ ਮੋਟਾਪਾ ਵੀ ਦਿਸਿਆ, ਉਹਨਾਂ ਵਿੱਚ ਜਿਵੇਂ ਮੈਂ ਤੁਹਾਨੂੰ ਇਹ ਦੱਸਿਆ ਸੀ ਪਹਿਲਾਂ ਕਿ ਬਲੱਡ ਪ੍ਰੈਸ਼ਰ ਦੇ ਰੋਗ ਵੀ ਉਹਨਾਂ ਵਿੱਚ ਦਿਸਣੇ ਸ਼ੁਰੂ ਹੋਏ। ਪਰ ਅਹਿਮ ਗੱਲ ਸੀ, ਇਹ ਸਾਰੇ ਦੇ ਸਾਰੇ ਬੱਚੇ ਖੁਸ਼ ਹੋ ਰਹੇ ਸਨ ਕ੍ਰਾਈਮ ਸੀਰੀਅਲ ਜਾਂ ਕ੍ਰਾਈਮ ਵਾਲੇ ਜੋ ਉਹਨਾਂ ਨੇ ਪ੍ਰੋਗਰਾਮ ਦੇਖਣ ਵਿੱਚ, ਉਹਨਾਂ ਨੂੰ ਸਵਾਦ ਆਉਂਦਾ ਸੀ ਘਸੁੰਨ ਮੁੱਕੇ ਵਾਲੀਆਂ ਗੇਮਾਂ ਖੇਡਣ ਵਿੱਚ। ਤੇ ਉਹ ਚੀਜ਼ ਸੀ ਜਿਹੜੀ ਇਹਨਾਂ ਨੇ ਨੋਟ ਕੀਤੀ ਕਿ ਇਹ ਜਿਹੜਾ ਵਿਗਾੜ ਜੇ, ਇਹਨੂੰ ਹੌਲੀ ਹੌਲੀ ਜੇ ਨਾ ਅਸੀਂ ਸਹੀ ਕੀਤਾ ਤਾਂ ਇਹਦਾ ਮਤਲਬ ਜੇ ਕਿ ਇਹ ਅਸੀਂ ਆਉਣ ਵਾਲਾ ਜੋ ਸਾਡੀ ਅਗਲੀ ਪੁਸ਼ਤ ਹੋਏਗੀ, ਉਹ ਅਸੀਂ ਨਾਰਮਲ ਰਹਿਣ ਜੋਗੀ ਨਹੀਂ ਹੋਣੀ, ਜੋ 12 ਤੇ 15 ਸਾਲ ਦੇ ਪਹੁੰਚਣਗੇ ਮਾਨਸਿਕ ਰੋਗੀ ਹੋ ਕੇ, ਉਹ ਆਪਣੇ ਨਾਲਦਿਆਂ ਨੂੰ ਗੋਲੀਆਂ ਵੀ ਚਲਾ ਦੇਣਗੇ, ਡਿਪਰੈਸ਼ਨ ਦੇ ਵਿੱਚ ਆਪ ਵੀ ਮਰਨਗੇ, ਜਾਂ ਫਾਸਟ ਜਿਵੇਂ ਕਾਰਸ ਵਗੈਰਾ ਜਾਂ ਕੁਝ ਆਪਣੀ ਡਰਾਈਵਿੰਗ ਫਾਸਟ ਕਰਕੇ ਐਕਸੀਡੈਂਟਸ ਵੀ ਕਰਾਉਣਗੇ। ਤੇ ਸਭ ਤੋਂ ਅਹਿਮ ਗੱਲ ਵੇਖੀ ਗਈ ਕਿ ਇਹ ਡਰੱਗਸ ਵੱਲ ਧੱਕੇ ਜਾ ਰਹੇ ਸਨ ਬਹੁਤ ਭਾਰੀ ਮਾਤਰਾ ਵਿੱਚ। ਤੁਸੀਂ ਦੇਖੀਏ ਕਿ ਜਿੰਨਾ ਹੈਵੀ ਅਮਾਉਂਟ ਸਾਡਾ ਡਰੱਗਸ ਦਾ ਇਸ ਵੇਲੇ ਫੜਿਆ ਜਾ ਰਿਹਾ ਹੈ, ਉੱਥੋਂ ਅੰਦਾਜ਼ਾ ਹੋ ਜਾਂਦਾ ਜੀ ਕਿ ਤਾਂ ਇੱਕ ਖੇਪ ਫੜੀ ਗਈ ਜੋ 2500 ਕੁਇੰਟਲ ਦੀ ਜਿਹੜੀ ਫੜੀ ਜਾਂਦੇ ਪਏ ਨੇ, ਤੁਸੀਂ ਅੰਦਾਜ਼ਾ ਲਾ ਲਓ ਕਿ ਅਜੇ ਇਸ ਤੋਂ ਕਈ ਗੁਣਾ ਵੱਧ ਤਾਂ ਹਜ਼ਮ ਹੋ ਰਹੀ, ਜੇ ਜਜ਼ਬ ਕੀਤੀ। ਇਹ ਤਾਂ ਸਿਰਫ ਇੱਕ ਖੇਪ ਫੜੀ ਜਾ ਰਹੀ, ਰੋਜ਼ ਦੀ ਦੇਖ ਲਓ ਜਿੱਥੇ ਖਰਬਾਂ ਦਾ ਕਾਰੋਬਾਰ। ਇਹ ਸੀ ਜਿਹੜਾ ਅਸਲ 'ਚ ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਵਾਲਿਆਂ ਨੇ ਸਰਵੇ ਕੀਤਾ, ਜਿਹਨੂੰ ਵੱਡੀ ਗਿਣਤੀ ਦੇ ਵਾਲੇ ਥਾਂ ਤੇ ਇਹਨੂੰ ਨਹੀਂ ਪਬਲਿਸਾਈਜ਼ ਕਰਨ ਦਿੱਤਾ ਗਿਆ, ਨਾ ਮੀਡੀਆ ਵਿੱਚ ਬਹੁਤੀ ਕਵਰੇਜ ਇਹਦੇ ਤੇ ਹੋਈ। ਕਾਰਨ ਸਿਰਫ ਇਹ ਸੀ ਕਿ ਜੇ ਕਿਤੇ ਗੇਮ ਕਲਚਰ ਤੋਂ ਬੱਚੇ ਹਟਾ ਲਏ ਗਏ, ਲੈਪਟਾਪਸ ਦੀ ਕਿਤੇ ਘੱਟ ਵਰਤੋਂ ਹੋ ਗਈ, ਤਾਂ ਫਿਰ ਉਹਦੇ ਰਾਹੀਂ ਜੋ ਐਡਸ, ਜੋ ਕਮਾਈਆਂ ਸਾਰੀਆਂ ਹੋ ਰਹੀਆਂ ਸੀ, ਉਹ ਕਿਤੇ ਘੱਟ ਨਾ ਜਾਣ। ਸੋ ਇਹ ਚੀਜ਼ ਦੱਬ ਲਈ ਗਈ। ਕਾਰਨ ਇਹ ਹੁਣ ਸਾਡੇ ਸਾਹਮਣੇ ਜੇ ਜੋ ਦਿਸਣ ਲੱਗੀ ਜੇ ਹੁਣ ਮਾਪੇ ਹੀ ਸਮਝ ਜਾਣ। ਮੈਂ ਤਾਂ ਸ਼ੁਰੂ 'ਚ ਹੀ ਕਿਹਾ ਸੀ, ਇੱਕ ਟੱਬਰ, ਸਾਡਾ ਮਕਸਦ ਸਿਰਫ ਇੱਕ ਟੱਬਰ ਹੈ,
ਜੇ ਇੱਕ ਵੀ ਟੱਬਰ ਆਪਣੇ ਬੱਚਿਆਂ ਨੂੰ ਮੋਬਾਈਲ ਤੋਂ ਪਰਾਂ ਕਰ ਲੈਂਦਾ, ਛੋਟੇ ਬੱਚਿਆਂ ਨੂੰ, ਜੀ। ਉਹਨਾਂ ਨੂੰ ਖੇਡਾਂ ਵੱਲ ਪ੍ਰੋਤਸਾਹਿਤ ਕਰਦਾ ਹੈ, ਉਹਨਾਂ ਨੂੰ ਪ੍ਰੋਸੈਸਡ ਖਾਣਿਆਂ ਤੋਂ ਪਰਾਂ ਕਰਦਾ ਹੈ, ਤਾਂ ਇਹ ਸੱਭਿਆਚਾਰ ਦੇ ਨਾਲ ਜੋੜਦਾ ਹੈ ਤੇ ਉਹਨਾਂ ਨੂੰ ਦੱਸਦਾ ਹੈ ਵੱਡਿਆਂ ਦੀ ਕਿਵੇਂ ਇੱਜ਼ਤ ਕਰਨੀ ਹੈ, ਕਿਵੇਂ ਰਲ ਮਿਲ ਕੇ ਰਹਿਣਾ ਹੁੰਦਾ ਹੈ, ਸਾਂਝ ਗੰਢਣੀ ਕੀ ਹੁੰਦੀ ਹੈ, ਤਰਸ ਦੀ ਭਾਵਨਾ ਕੀ ਹੁੰਦੀ ਹੈ। ਹੂੰ। ਨਹੀਂ ਸਿਖਾਓਗੇ ਤਾਂ ਵੱਡੇ ਹੋਏ ਤੇ ਉਹਨੇ ਦੁਲੱਤੀ ਮਾਰਨੀ ਹੋਈ ਹੈ, ਮਾਪਿਆਂ ਨੂੰ ਬਾਹਰ ਕੱਢਣਾ ਹੀ ਹੈ। ਉਹ ਬਜ਼ੁਰਗ ਘਰਾਂ ਵਿੱਚ ਧੱਕੇ ਖਾਣ ਨਾਲ ਚੰਗਾ ਹੈ ਕਿ ਆਪਣੇ ਬੱਚਿਆਂ ਦੇ ਲਈ ਜੋ ਅਸੀਂ ਸੋਚਦੇ ਹਾਂ ਵੀ ਇਹਨਾਂ ਦੇ ਭਵਿੱਖ ਲਈ ਅਸੀਂ ਪੈਸੇ ਇਕੱਠੇ ਕਰੀ ਜਾ ਰਹੇ ਹਾਂ, ਉਹਦਾ ਬਹੁਤਾ ਫਾਇਦਾ ਨਹੀਂ ਹੁੰਦਾ। ਫਾਇਦਾ ਹੋਣਾ ਜੇ ਕਿ ਉਹਨਾਂ ਪੈਸਿਆਂ ਨਾਲ ਸਾਰੇ ਰਲ ਕੇ ਬੈਠ ਕੇ ਇੱਕ ਰਾਤ ਦਾ ਖਾਣਾ ਇਕੱਠਾ ਖਾਧਾ ਜਾਵੇ, ਉਹਦੇ ਨਾਲ ਇਕੱਠੇ ਘੁੰਮਣ ਜਾਇਆ ਜਾਵੇ, ਉਹਦੇ ਨਾਲ ਦਾਦੀਆਂ ਨਾਨੀਆਂ ਜਾਂ ਦਾਦਿਆਂ ਨਾਨਿਆਂ ਦੇ ਨਾਲ ਕਿਵੇਂ ਤੁਸੀਂ ਘੁੰਮ ਕੇ ਬੈਠ ਕੇ ਉਹਨਾਂ ਦੇ ਜੀਵਨ ਦੀਆਂ ਕਹਾਣੀਆਂ, ਜਿਨ੍ਹਾਂ ਚੋਂ ਬਹੁਤ ਕੁਝ ਹੁੰਦਾ ਜੇ ਹੂੰ। ਸਿੱਖਣਾ, ਉਹ ਸਾਡਾ ਪਿਛੋਕੜ ਸਾਂਭਣ ਦਾ ਜਿੱਥੇ ਕੰਮ ਕਰੇਗਾ, ਸਾਡੀ ਜ਼ਬਾਨ ਪ੍ਰਫੁੱਲਿਤ ਕਰੇਗਾ, ਸਾਡੀਆਂ ਕਹਾਣੀਆਂ ਜੋ ਪਹਿਲਾਂ ਲੁਕ ਚੁੱਕੀਆਂ ਉਹ ਸਾਡੀਆਂ ਉਜਾਗਰ ਕਰੇਗਾ। ਤੇ ਪਰ ਉਹ ਬੱਚਾ ਜ਼ਮੀਨ ਨਾਲ ਜੁੜਿਆ ਰਹੇਗਾ, ਉਹ ਦਰਖਤ ਬਣੇਗਾ ਜਿਹਦੀਆਂ ਜੜ੍ਹਾਂ ਪੱਕੀਆਂ ਹੋਣਗੀਆਂ। ਉਹ ਇਸੇ ਤਰ੍ਹਾਂ ਕਦੇ ਵੀ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋਏਗਾ ਤੇ ਨਾ ਹੀ ਕਦੇ ਸਿਰਫ, ਜਿਵੇਂ ਮੈਂ ਕਿਹਾ ਸੀ ਕਿ ਅਖੀਰ ਅਮੀਰ ਹੋ ਕੇ ਮਰਨ ਨਾਲੋਂ ਉਹ ਚਾਹੇਗਾ ਮੈਂ ਜ਼ਿੰਦਗੀ ਜੀ ਲਵਾਂ, ਜੋ ਕਿ ਹੁਣ ਨੌਜਵਾਨ ਬਹੁਤ ਸਾਰੇ ਬੱਚਿਆਂ ਨੇ ਸ਼ੁਰੂ ਕੀਤਾ ਹੈ ਕਿ ਘਰਾਂ ਨੂੰ ਨਹੀਂ ਅਸੀਂ ਪਾ ਲੈਣਾ, ਵਕਤੀ ਤੌਰ ਤੇ ਅਸੀਂ ਥੋੜੇ ਸਮੇਂ ਲਈ ਅਸੀਂ ਲੈ ਲਵਾਂਗੇ ਰੈਂਟ ਤੇ ਅਸੀਂ ਬਹੁਤ ਵੱਡੇ ਵੱਡੇ ਮੰਜੇ ਤੇ ਬਹੁਤ ਜਵੈਲਰੀ, ਇਹ ਚੀਜ਼ਾਂ ਇਕੱਠੀਆਂ ਨਹੀਂ ਕਰਨੀਆਂ, ਤਾਂ ਅਸੀਂ ਤਾਂ ਜ਼ਿੰਦਗੀ ਜੀਣੀ ਹੈ। ਤਾਂ ਉਹ ਬਹੁਤ ਸੋਹਣਾ ਕਲਚਰ ਇੱਕ ਯੂਥ ਦੇ ਵਿੱਚ ਸ਼ੁਰੂ ਹੋਇਆ ਜੇ, ਜਿੱਥੇ ਅਸੈਟਸ ਬਣਾਉਣ ਦੀ ਥਾਂ ਤੇ ਜ਼ਿੰਦਗੀ ਜੀਣ ਨੂੰ ਤਰਜੀਹ ਦੇਣ ਲੱਗ ਪਏ ਨੇ, ਦੂਜਿਆਂ ਦੀ ਮਦਦ ਕਰਨ ਵੱਲ ਨੂੰ ਤੁਰੇ ਨੇ, NGOs ਤਿਆਰ ਕੀਤੀਆਂ ਨੇ। ਤਾਂ ਕਿਤੇ ਸਾਡੇ ਵੀ ਸਮਝ ਆ ਜਾਵੇ, ਭਾਰੀ ਗਿਣਤੀ ਜੋ ਸਾਡੇ ਪੰਜਾਬੀ ਤਾਂ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਹੀ ਹੈ ਜੀਣਾ ਜਾਣਦੇ ਸਨ, ਵੰਡ ਕੇ ਖਾਣਾ ਜਾਣਦੇ ਸਨ, ਖੁਸ਼ੀਆਂ ਖੇੜੇ ਇਹ ਹਮੇਸ਼ਾ ਵੰਡਦੇ ਰਹੇ ਨੇ। ਤਾਂ ਉਹਦੇ ਵੱਲੋਂ ਜਿਵੇਂ ਅਸੀਂ ਥੋੜਾ ਪਿਛਾਂਹ ਹਟਣ ਲੱਗਿਆ, ਮੋਬਾਈਲ ਫੋਨ ਨੇ ਜਿਸ ਤਰੀਕੇ ਸਾਡੀ ਡੋਪਾਮੀਨ ਨੂੰ ਕੱਢ ਕੱਢ ਕੇ ਸਾਨੂੰ ਉਹਦਾ ਕਾਬਜ਼ ਹੀ ਬਣਾ ਦਿੱਤਾ, ਸਾਨੂੰ ਆਦੀ ਬਣਾ ਦਿੱਤਾ। ਇਸ ਐਡਿਕਸ਼ਨ ਤੋਂ ਜੇ ਅਸੀਂ ਨਾ ਛੇਤੀ ਪਰਾਂ ਹੋਏ ਤਾਂ ਸਾਡੇ ਬੱਚੇ ਜਵਾਨ ਹੀ ਪੂਰੇ ਹੋ ਜਾਣਗੇ, ਜੋ ਸਾਨੂੰ ਚੰਗਾ ਨਹੀਂ ਲੱਗੇ। ਜੀ ਬਿਲਕੁਲ ਮੈਮ। ਤਾਂ ਸੱਚ ਹੈ ਇਹ ਗੱਲਾਂ ਕਿ ਉਹ ਜੋ ਪਹਿਲਾਂ ਸਮੇਂ ਦੇ ਵਿੱਚ ਹੁੰਦਾ ਸੀ, ਜਦੋਂ ਅਸੀਂ ਘਰਾਂ ਦੇ ਵਿੱਚ ਇਕੱਠੇ ਰਹਿੰਦੇ ਸੀ, ਜਦੋਂ ਨਾਨੀਆਂ ਦਾਦੀਆਂ ਸਾਨੂੰ ਕਹਾਣੀ ਸੁਣਾਈਆਂ ਕਰਦੀਆਂ ਸੀ, ਤਾਂ ਆਪਾਂ ਨੂੰ ਵੀ ਉਹ ਕਹਾਣੀਆਂ ਯਾਦ ਨੇ ਕਿ ਰਾਜੇ ਰਾਣੀਆਂ ਦੀਆਂ ਕਹਾਣੀਆਂ ਨਾ, ਵੀ ਅੱਜ ਵੀ ਜੇ ਅਸੀਂ ਕਿਸੇ ਜਵਾਕ ਨੂੰ ਕਹਿੰਦੇ ਹਾਂ ਵੀ ਇੱਕ ਸੀ ਰਾਜਾ ਇੱਕ ਸੀ ਰਾਣੀ, ਦਾ ਬੱਚਾ ਅਲਰਟ ਹੋ ਜਾਂਦਾ ਵੀ ਇਸ ਤੋਂ ਬਾਅਦ ਅੱਗੇ ਕੀ ਹੋਏਗਾ। ਹੋਰ ਨਹੀਂ ਤਾਂ ਜਿਹੜੀਆਂ ਕਿਤਾਬਾਂ ਦੇ ਵਿੱਚ ਹੀ ਕਹਾਣੀਆਂ ਹੁੰਦੀਆਂ ਨੇ, ਜੇ ਬੱਚੇ ਨੂੰ ਉਹ ਤੋਂ ਵੀ ਆਪ ਸੁਣਾਈਆਂ ਜਾਣ ਤਾਂ ਬੱਚੇ ਦਾ ਇੰਟਰਸਟ ਬਣਦਾ, ਬੱਚੇ ਆਪ ਕਹਾਣੀਆਂ ਸੁਣਨ ਨੂੰ ਕਹਿੰਦੇ ਨੇ ਕਿ ਅੱਜ ਤੁਸੀਂ ਸਾਡੇ ਲਈ ਕਿਹੜੀ ਕਹਾਣੀ ਲੈ ਕੇ ਆਓਗੇ। ਜਿਵੇਂ ਸਾਨੂੰ ਇੰਟਰਸਟ ਰਹਿੰਦਾ, ਮੈਂ ਅਕਸਰ ਜਦੋਂ ਪ੍ਰੋਗਰਾਮ ਸ਼ੁਰੂ ਕਰਦੀ ਹਾਂ ਤਾਂ ਤੁਹਾਨੂੰ ਪੁੱਛਦੀ ਹਾਂ ਕਿ ਮੈਮ ਤੁਸੀਂ ਅੱਜ ਸਾਡੇ ਲਈ ਕਿਹੜੀ ਕਹਾਣੀ ਲੈ ਕੇ ਆਏ ਹੋ। ਤਾਂ ਇਹਨਾਂ ਕਹਾਣੀਆਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ, ਬਹੁਤ ਕੁਝ ਅਸੀਂ ਸਿੱਖਦੇ ਹਾਂ, ਕੁਝ ਚੀਜ਼ਾਂ ਅਸੀਂ ਕਲਪਨਾ ਕਰਦੇ ਆ, ਉਹਨਾਂ ਚੀਜ਼ਾਂ ਤੇ ਤੁਰਨ ਦੀ ਕੋਸ਼ਿਸ਼ ਕਰਦੇ ਆ, ਬਹੁਤ ਸਾਰੀਆਂ ਸਿੱਖਿਆਵਾਂ ਨੇ ਜੋ ਉਹਨਾਂ ਤੋਂ ਸਾਨੂੰ ਮਿਲਦੀਆਂ ਨੇ। ਸੋ ਛੋਟੇ ਹੁੰਦਿਆਂ ਨੂੰ ਸ਼ਾਇਦ ਉਹਨਾਂ ਕਹਾਣੀਆਂ ਦਾ ਪਤਾ ਨਹੀਂ ਹੁੰਦਾ, ਪਰ ਉਹਨਾਂ ਦੇ ਵਿੱਚ ਜੋ ਪਿਆਰ ਹੁੰਦਾ, ਜੋ ਰਸ ਹੁੰਦਾ, ਜੋ ਕਹਾਣੀ ਸੁਣਾਉਣ ਦੇ ਵਿੱਚ, ਜੋ ਕਹਾਣੀ ਸੁਣਾ ਰਿਹਾ ਉਹਦੇ ਵਿੱਚ ਜੋ ਅਪਣਤ ਹੁੰਦੀ ਹੈ, ਉਸ ਨੂੰ ਬੱਚਾ ਮਹਿਸੂਸ ਕਰਦਾ। ਨਾਨੀ ਦਾਦੀ ਮਾਂ ਦੀ ਗੋਦ 'ਚ ਜਿਹੜੀ ਨਿੱਘ ਹੈ ਉਸ ਨੂੰ ਮਹਿਸੂਸ ਕਰਦਾ। ਤਾਂ ਵਾਕਿਆ ਹੀ ਅਸੀਂ ਜ਼ਿੰਮੇਵਾਰ ਹਾਂ। ਜਿਵੇਂ ਤੁਸੀਂ ਕਿਹਾ ਕਿ 6-6 ਮਹੀਨਿਆਂ ਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਆ ਗਏ ਨੇ, ਉਸ ਚੀਜ਼ ਦੇ ਲਈ ਅਸੀਂ ਹਾਮੀ ਭਰਦੇ ਹਾਂ ਕਿ ਇਹ ਸੱਚ ਹੈ। ਸਾਨੂੰ ਇਹ ਲੱਗਦਾ ਕਿ ਅਸੀਂ ਕੰਮ ਕਰ ਲਈਏ, ਸਾਨੂੰ ਇਹ ਲੱਗਦਾ ਜੇ ਟੀਵੀ ਨਹੀਂ ਆ ਜਾਂ ਲਾਈਟ ਨਹੀਂ ਆ, ਟੀਵੀ ਨਹੀਂ ਚੱਲ ਰਿਹਾ ਤਾਂ ਬੱਚੇ ਨੂੰ ਮੋਬਾਈਲ ਫੋਨ ਹੀ ਦੇ ਦਿਓ, ਬੱਚਾ ਉਹ 'ਤੇ ਰਹੇਗਾ। ਤਾਂ ਵਾਕਿਆ ਹੀ ਇਹ ਸਾਰੀਆਂ ਦਿੱਕਤਾਂ ਨੇ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਅਸੀਂ ਭੋਗ ਰਹੇ ਹਾਂ। ਪਰ ਉੱਥੇ ਹੀ ਮੈਮ ਵੱਡੀ ਗੱਲ ਇਹ ਵੀ ਹੈ ਕਿ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ, ਕੰਮ ਕਾਜ ਕਰਨਾ ਬੇਹੱਦ ਜ਼ਰੂਰੀ ਹੋ ਗਿਆ। ਘਰਾਂ ਦੇ ਵਿੱਚ ਇਕੱਠੇ ਨਹੀਂ ਰਹਿ ਸਕਦੇ, ਦੂਰ ਜਾਣਾ ਪੈਂਦਾ ਕਮਾਈਆਂ ਕਰਨ ਦੇ ਲਈ, ਬੱਚਿਆਂ ਨੂੰ ਵੀ ਨਾਲ ਰੱਖਣਾ ਪੈਂਦਾ। ਤਾਂ ਉੱਥੇ ਬੱਚੇ ਨੂੰ ਕਿਸ ਤਰੀਕੇ ਦਾ ਮਾਹੌਲ ਦੇ ਸਕਦੇ ਹਾਂ, ਉੱਥੇ ਬੱਚੇ ਨੂੰ ਆਪਾਂ ਕਿਵੇਂ ਉਹ ਸਾਰਾ ਕੁਝ ਦੇ ਸਕਦੇ ਹਾਂ ਕਿ ਅਸੀਂ ਕਹੀਏ ਕਿ ਜਿਵੇਂ ਅਸੀਂ ਤਕਰੀਬਨ ਤੰਦਰੁਸਤ ਜ਼ਿੰਦਗੀ ਅਸੀਂ ਜਿਉ ਰਹੇ ਹਾਂ, ਸਾਡੇ ਮਾਪਿਆਂ ਨੇ ਸਾਨੂੰ ਖੁਰਾਕਾਂ ਖਵਾਈਆਂ ਨੇ, ਪਰ ਬੱਚੇ ਨੇ ਅੱਜ ਕੱਲ੍ਹ ਦੇ ਕੁਝ ਖਾਂਦੇ ਨਹੀਂ। ਬੱਚੇ ਨੇ ਜਿਹੜੇ ਉਹ ਸਿਰਫ ਥੋੜੀ ਬਹੁਤ ਚੀਜ਼ ਬਾਹਰ ਦੀ, ਉਹਨਾਂ ਨੂੰ ਕੋਈ ਵੀ ਚੀਜ਼ ਦੇ ਦਿਓ, 6 ਮਹੀਨਿਆਂ ਦੇ ਸਾਲ ਦੇ ਬੱਚੇ ਦੀ ਗੱਲ ਕਰ ਲਈਏ, ਚਿਪਸ ਕੁਰਕੁਰੇ ਦੇ ਦਿਓ ਤਾਂ ਫਟਾਫਟ ਖਾ ਲੈਣਗੇ। ਜੇ ਉਹਨਾਂ ਨੂੰ ਕੋਈ ਰੋਟੀ
ਦਈਏ, ਦਲੀਆ ਦਈਏ, ਖਿਚੜੀ ਦਈਏ ਜਾਂ ਇੱਦਾਂ ਦੀਆਂ ਹੋਰ ਸੂਪ ਬਣਾ ਕੇ ਦਈਏ ਤਾਂ ਉਹ ਨਹੀਂ ਪੀਂਦੇ। ਤਾਂ ਮੈਮ ਜ਼ਰੂਰ ਇਹਨਾਂ ਬਾਰੇ ਗਾਈਡ ਕੀਤਾ ਜਾਵੇ ਕਿ ਆਖਿਰਕਾਰ ਬੱਚਿਆਂ ਨੂੰ ਉਹ ਸਿਹਤ ਕਿਵੇਂ ਦਈਏ, ਤੰਦਰੁਸਤੀ ਬਣਾਉਣ ਦੇ ਲਈ ਉਹ ਕਿਹੜੀਆਂ ਚੀਜ਼ਾਂ ਦਈਏ, ਕਿਵੇਂ ਇੱਕ ਮਾਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਉਸ ਨੂੰ ਵਧੀਆ ਪ੍ਰਫੁੱਲਿਤ ਕਰ ਸਕਦੀ ਹੈ, ਸਮਾਜ ਨੂੰ ਇੱਕ ਚੰਗਾ ਨਾਗਰਿਕ ਦੇ ਸਕਦੀ ਆ। ਦੇਖੋ ਬਹੁਤ ਨਿੱਕੀ ਜਿਹੀ ਗੱਲ ਪਰ ਬਹੁਤ ਵੱਡੀ ਬਣ ਜਾਂਦੀ ਜੇ। ਦੇਖੋ ਇੱਕ ਕਹਾਣੀ ਜਿਵੇਂ ਤੁਸੀਂ ਜ਼ਿਕਰ ਕੀਤਾ, ਉਸ ਕਹਾਣੀ ਵਿੱਚ ਜਿਵੇਂ ਪੁਰਾਣੇ ਸਮਿਆਂ 'ਚ ਸੁਣਾਇਆ ਕਰਦੇ ਸਨ, ਪਤਾ ਹੈ ਉਹ ਖਰਗੋਸ਼ ਆਇਆ, ਉਹਨੇ ਗਾਜਰ ਖਾਈ, ਉਹ ਤਗੜਾ ਬਣ ਗਿਆ, ਉਹਨੇ ਇੰਨਾ ਜੋੜਾ ਉਹਨੇ ਦੌੜ ਕੇ ਉੱਥੋਂ ਫਟਾਫਟ ਫਸਟ ਆ ਗਿਆ। ਉਹ ਬੱਚੇ ਦੇ ਕੋਮਲ ਮਨ ਵਿੱਚ ਬਣਦੇ ਦੇ ਵਿੱਚ ਜਦੋਂ ਇਹ ਕਹਾਣੀ ਜਾਣੀ ਹੈ, ਉਹਨੇ ਕਦੇ ਭੜਕਣਾ ਨਹੀਂ, ਕੁਝ ਨਹੀਂ ਕਰਨਾ, ਪਰ ਉਹਦੇ ਅਚੇਤ ਮਨ ਵਿੱਚ ਬੈਠ ਗਿਆ, ਮੈਂ ਗਾਜਰ ਖਾਵਾਂਗਾ ਨਾ ਮੈਂ ਵੀ ਤਗੜਾ ਹੋਊਂਗਾ, ਮੈਂ ਵੀ ਖਰਗੋਸ਼ ਵਾਂਗ ਦੌੜ ਕੇ ਜਾਊਂਗਾ, ਮੈਂ ਵੀ ਫਸਟ ਆਊਂਗਾ। ਤੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਦੋਂ ਉਹਨੂੰ ਗਾਜਰ ਦਾ ਸ਼ੌਕ ਪਿਆ, ਕਦੋਂ ਉਹ ਖਾਣ ਲੱਗਾ, ਕਿਉਂਕਿ ਅਸੀਂ ਇਹ ਗੱਲ ਉਹਨੂੰ ਸੁਣਾਈ ਨਹੀਂ। ਦੂਸਰੀ ਚੀਜ਼, ਜਿਵੇਂ ਪਹਿਲਾਂ ਸਾਂਝਾ ਟੱਬਰ ਹੁੰਦਾ ਸੀ ਤਾਂ ਬੱਚੇ ਨੂੰ ਨਾਲ ਜੋੜਿਆ ਜਾਂਦਾ ਸੀ, ਆਜਾ ਤੂੰ ਚੁੱਕ ਕੇ ਲਿਆ, ਤੈਨੂੰ ਪਤਾ ਗਾਜਰ ਕਿਵੇਂ ਛਿੱਲੀ ਦੀ ਹੈ, ਆ ਦੇਖੀਏ ਤੂੰ ਫਸਟ ਕਰ ਸਕਦਾ ਕਿ ਮੈਂ, ਆ ਦੇਖ ਮੈਂ ਸ਼ੁਰੂ ਕੀਤੀ ਆ ਤੂੰ ਕੀਤੀ, ਕੌਣ ਫਸਟ ਕੱਟ ਛਿੱਲੇਗਾ, ਚਲੋ ਹੁਣ ਕੌਣ ਫਸਟ ਕੱਟੇਗਾ, ਮੈਂ ਸੋਹਣੀ ਬਣਾਉਂਗੀ ਕਿ ਤੂੰ ਸੋਹਣਾ ਬਣਾਏਗਾ, ਚੱਲ ਬਣਾ ਕੇ ਦੇਖੀਏ ਇਹਨੂੰ, ਇਸ ਤਰ੍ਹਾਂ ਹਿਲਾਈਦਾ, ਉਹ ਤੈਨੂੰ ਪਤਾ ਹੀ ਨਹੀਂ ਕਿਵੇਂ ਹਿਲਾਣਾ, ਤੂੰ ਤਾਂ ਫਿੱਦਾ ਜਿਹਾ, ਤੂੰ ਉੱਪਰ ਚੜ ਹੀ ਨਹੀਂ ਸਕਦਾ, ਵੇਖ ਕਿਵੇਂ ਆਣਾ, ਉਹ ਦੌੜ ਕੇ ਲਿਆਏਗਾ, ਸਕੂਲ ਨਾਲ ਚੜੇਗਾ, ਮੈਂ ਬਣਾ ਕੇ ਦਿਖਾਣਾ ਨਾਲ ਮੈਂ ਹਿਲਾਣਾ। ਮੈਨੂੰ ਦੱਸ ਦਿਓ, ਜਿਸ ਬੱਚੇ ਨੇ ਇੰਨੀ ਮਿਹਨਤ ਨਾਲ ਉਹ ਚੀਜ਼ ਬਣਾਈ ਹੋਈ, ਉਹ ਕਿਵੇਂ ਕਹੇਗਾ ਮੈਂ ਖਾਣੀ ਨਹੀਂ, ਤੇ ਜਦੋਂ ਕਹੋ ਮੇਰੀ ਵਾਲੀ ਬਣਾਈ ਸਵਾਦ ਆ, ਕਹੇਗਾ ਐਵੇਂ ਮੈਂ ਖਾ ਕੇ ਦੇਖਦਾ ਮੇਰੀ ਜ਼ਿਆਦਾ ਸਵਾਦ ਹੈ। ਤੇ ਇੱਕ ਵਾਰ ਜਦੋਂ ਤੇ ਐਪਰੀਸ਼ੀਏਟ ਕਰਤਾ, ਵਾਹ ਬਈ ਵਾਹ ਤੇਰੀ ਤੇ ਕਮਾਲ ਹੀ ਬਣੀ ਹੈ, ਤੇ ਉਹ ਬੱਚਾ ਜਿਹਨੇ ਆਪ ਮਿਹਨਤ ਕਰਕੇ ਉਹ ਚੀਜ਼ ਨਾਲ ਬਣਾਈ ਹੋਵੇ, ਕਿਸ ਤਰੀਕੇ ਉਹ ਕਹੇਗਾ ਕਿ ਮੈਂ ਇਹ ਖਾਣੀ ਨਹੀਂ। ਅਸੀਂ ਇਹ ਭੁੱਲ ਗਏ ਆ ਬੱਚਿਆਂ ਨੂੰ ਨਾਲ ਲਿਜਾਣਾ, ਆ ਤੂੰ ਸ਼ਾਪਿੰਗ ਮੇਰੇ ਨਾਲ ਕਰ, ਅੱਜ ਆਪਾਂ ਪਾਲਕ ਦੇਖਦੇ ਆ, ਉਹ ਫਲਾਣੇ ਨੇ ਪਤਾ ਕੀ ਸੀ, ਜਿਹੜਾ ਉਹ ਨਿੱਕਾ ਜਿਹਾ ਚੂਹਾ ਸੀ, ਉਹਨੇ ਪਾਲਕ ਖਾਈ, ਉਹਦੇ ਚ ਇੰਨਾ ਜ਼ੋਰ ਆਇਆ ਉਹਨੇ ਬਿੱਲੀ ਦਾ ਕੰਨ ਪੁੱਟਤਾ। ਇਹ ਅਸੀਂ ਕਿਉਂ ਗਾਇਬ ਕਰਦੇ ਜਾ ਰਹੇ ਹਾਂ? ਇਹ ਮਾਂ ਜੇ ਆਪਣਾ ਮੋਬਾਈਲ ਪਰੇ ਕਰੇਗੀ, ਇਹ ਪਿਆਰੀਆਂ ਜਿਹੀਆਂ ਗੱਲਾਂ, ਬੱਚਾ ਜ਼ਿੰਦਗੀ ਭਰ ਸਾਂਝ ਗੰਢੇਗਾ। ਉਹ ਸਿਰਫ ਮਾਂ ਦੇ ਹੁੰਦੇ ਹੁੰਦੇ ਨਹੀਂ, ਮਾਂ ਦੇ ਵੀ ਉਹ ਆਪਣੇ ਬੱਚਿਆਂ ਨਾਲ ਕਰੇਗਾ, ਤੋਰੇਗਾ। ਇਹ ਬੱਚਾ ਉਹ ਯਾਦ ਸਦੀ ਵੀ ਬਣਾ ਦੇਗਾ, ਮਾਂ ਹੈ ਜਾਂ ਨਹੀਂ ਹੈ, ਪਰ ਉਹਦੀ ਜ਼ਿੰਦਗੀ 3 ਪੁਸ਼ਤਾਂ ਤੱਕ ਅਗਾਂਹ ਤੁਰੀ ਜਾਏਗੀ, ਉਹਦੀ ਯਾਦ ਤੁਰੀ ਜਾਏਗੀ। ਤੋ ਮਾਵਾਂ ਨੂੰ ਤਾਂ ਮੋਬਾਈਲ ਜ਼ਰੂਰ ਛੱਡ ਕੇ ਆਪਣੇ ਬੱਚਿਆਂ ਲਈ ਸਮਾਂ ਕੱਢਣਾ ਹੀ ਪੈਣਾ। ਇਹ ਚੀਜ਼ਾਂ ਜੇ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਤੰਦਰੁਸਤ ਰਹਿਣ, ਖੁਸ਼ ਰਹਿਣ, ਸਾਡੇ ਨਾਲ ਜੁੜੇ ਰਹਿਣ, ਘਰਾਂ ਦੇ ਅੰਦਰ ਖੁਸ਼ੀਆਂ ਤੇ ਖੇੜੇ ਹੋਣ, ਤਾਂ ਇਹ ਮੋਬਾਈਲ ਹਰ ਹਾਲ ਵਿੱਚ ਸਾਨੂੰ ਇਹਦੀ ਵਰਤੋਂ ਘਟਾਣੀ ਹੀ ਪੈਣੀ। ਜੀ ਬਿਲਕੁਲ। ਤਾਂ ਮੈਮ ਉਹੀ ਗੱਲ ਹੈ ਕਿ ਆਪਾਂ ਜਿਵੇਂ ਜ਼ਿਕਰ ਕੀਤਾ ਕਿ ਕ੍ਰਾਈਮ ਵੱਧ ਗਿਆ ਹੈ, ਤਾਂ ਉਸ ਦੇ ਵਿੱਚ ਉਹ ਬੱਚੇ ਵੀ ਨੇ ਜੋ 15 16 17 ਸਾਲ ਦੀ ਉਮਰ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਸਾਡੇ ਹੱਥਾਂ ਚੋਂ ਨਿਕਲ ਗਏ। ਜਾਂ ਜਿਵੇਂ ਤੁਸੀਂ ਕਿਹਾ ਕਿ ਜਦੋਂ ਕਈ ਵਾਰੀ ਹਸਪੀਟਲ ਦੇ ਵਿੱਚ ਬੈਠੇ ਹੋਈਦਾ ਤਾਂ ਦੇਖਦੇ ਹਾਂ ਕਿ ਬੱਚੇ ਆਪਣੇ ਮਾਂ-ਬਾਪ ਨੂੰ ਤੂੰ ਤੜਾਕ ਕਰਕੇ ਗੱਲ ਕਰਦੇ ਨੇ, ਸਿੱਧਾ ਹੀ ਕਹਿੰਦੇ ਨੇ ਵੀ ਤੂੰ ਰਹਿਣ ਦੇ। ਇਹ ਅਕਸਰ ਹੋ ਰਿਹਾ, ਇਹ ਅਸੀਂ ਦੇਖ ਰਹੇ ਹਾਂ, ਇਹ ਮਾਂ-ਬਾਪ ਵੀ ਦੇਖ ਰਹੇ ਨੇ, ਪਰ ਮਾਂ-ਬਾਪ ਉੱਥੇ ਬੱਚਿਆਂ ਨੂੰ ਝਿੜਕ ਦੇ ਵਿੱਚ ਝਿਜਕ ਮਹਿਸੂਸ ਕਰਦੇ ਨੇ। ਜੇ ਕੋਈ ਦੂਜਾ ਬੰਦਾ ਵੀ ਕੁਝ ਕਹਿ ਰਿਹਾ ਤਾਂ ਵੀ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਬੱਚੇ ਨੂੰ ਕਿਉਂ ਝਿੜਕ ਰਿਹਾ ਹੈ। ਤਾਂ ਉੱਥੇ ਵੀ ਮਾਪਿਆਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਬੇਹੱਦ ਲੋੜ ਹੈ, ਕਿਉਂਕਿ ਮੈਨੂੰ ਲੱਗਦਾ ਵੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਰ ਇੱਕ ਘਰ 'ਚ ਭਾਵੇਂ ਬੇਟੀ ਹੈ ਭਾਵੇਂ ਬੇਟਾ, ਸਭ ਕੋਈ ਇਹੀ ਕਹਿੰਦੇ ਨੇ ਕਿ ਪੜ੍ਹਾਈਆਂ ਬਹੁਤ ਮਹਿੰਗੀਆਂ ਹੋ ਗਈਆਂ ਜੀ, ਖਰਚੇ ਬਹੁਤ ਵੱਧ ਗਏ ਨੇ ਜੀ, ਇਸ ਲਈ ਅਸੀਂ ਇੱਕੋ ਹੀ ਬੱਚਾ ਰੱਖਣਾ। ਸ਼ਾਇਦ ਇੱਕ ਬੱਚੇ ਦੇ ਘਰ ਚੱਲਦਿਆਂ ਹੀ ਕਿ ਇੱਕ ਬੱਚਾ ਹੀ ਘਰ ਦੇ ਵਿੱਚ ਹੋਵੇ ਤਾਂ ਸਾਰੇ ਜਾਣੇ ਅਸੀਂ ਉਸ ਨੂੰ ਇੰਨੀ ਕੁ ਸ਼ਹਿ ਦੇ ਦਿੰਦੇ ਹਾਂ ਕਿ ਬੱਚਾ ਵਿਗੜ ਜਾਂਦਾ। ਬੱਚਾ ਕਿਸ ਨਾਲ ਕਿ ਜੇ ਮਾਂ ਝਿੜਕਦੀ ਹੈ ਤਾਂ ਬਾਪ ਨੇ ਕਹਿ ਦੇਣਾ ਤੂੰ ਇਹਨੂੰ ਕਿਉਂ ਕੁਝ ਕਿਹਾ, ਜੇ ਬਾਪ ਝਿੜਕ ਦਿੰਦਾ ਹੈ ਤਾਂ ਦਾਦੇ ਨੇ ਕੁਝ ਕਹਿ ਦੇਣਾ ਵੀ ਤੂੰ ਇਹਨੂੰ ਕਿਉਂ ਕੁਝ ਕਿਹਾ, ਹੈ ਨਾ। ਤਾਂ ਨਹੀਂ ਫਿਰ ਦਾਦੀ ਦਾਦੇ ਦੇ ਤਾਂ ਜਵਾਕ ਜਿਹੜੇ ਹੁੰਦੇ ਨੇ ਉਹ ਜ਼ਿਆਦਾ ਹੀ ਲਾਡਲੇ ਹੁੰਦੇ ਨੇ, ਤਾਂ ਮਾਂ-ਬਾਪ ਨੂੰ ਉਹੀ ਨਹੀਂ ਝਿੜਕਣ ਦਿੰਦੇ, ਜਿਸ ਦੇ ਨਾਲ ਬੱਚੇ 'ਚ ਸ਼ਹਿ ਆ ਜਾਂਦੀ ਹੈ। ਤਾਂ ਬੱਚਾ ਗੁੱਸਾ ਵੀ ਦਿਖਾਉਂਦਾ ਹੈ, ਮਤਲਬ ਕਿ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਇਹ ਬੰਦੇ ਨੇ ਜਿਹੜੇ ਮੈਨੂੰ ਬਚਾ ਲੈਣਗੇ। ਤਾਂ ਉੱਥੇ ਹੀ ਪਰਿਵਾਰਾਂ ਨੂੰ ਵੀ ਇਹ ਜ਼ਰੂਰ ਬੇਨਤੀ ਕੀਤੀ ਜਾਵੇ ਕਿ ਜਿੱਥੇ ਕੁਝ ਗਲਤ ਹੋ ਰਿਹਾ ਉੱਥੇ ਮਾਂ ਕੋਲੇ, ਬਾਪ ਕੋਲੇ, ਦਾਦਾ ਦਾਦੀ ਕੋਲੇ ਇਹ ਪੂਰਾ ਹੱਕ ਹੋਵੇ ਕਿ ਉਹ ਆਪਣੇ ਬੱਚੇ ਨੂੰ ਝਿੜਕ ਸਕਣ, ਚੰਗੇ ਰਾਹ ਤੇ ਪਾ ਸਕਣ, ਕੋਈ ਵੀ ਸ਼ਹਿ ਨਾ ਦੇਵੇ ਤਾਂ ਕਿ ਬੱਚਾ ਉਹ ਗਲਤੀ ਦੁਬਾਰਾ ਤੋਂ ਕਰ ਸਕੇ। ਬਿਲਕੁਲ। ਕਿਉਂਕਿ ਆਪਾਂ ਟਿਪ ਵੀ ਦਿੰਦੇ ਹੁੰਦੇ ਆ ਜਾਂਦੇ ਜਾਂਦੇ, ਉਹ ਟਿਪ 'ਚ ਹੀ ਮਜ਼ੇਦਾਰ ਇੱਕ ਗੱਲ ਦੱਸਦੀ ਆ।
ਕਿ ਸਭ ਤੋਂ ਨਿੱਘੀ ਦੋਸਤੀ ਅਸਲ 'ਚ ਬੱਚੇ ਦੀ ਹੁੰਦੀ ਏ ਆਪਣੇ ਘਰ ਦੇ ਵਿਚਲੇ ਵੱਡੇ ਵਡੇਰਿਆਂ ਦੇ ਨਾਲ। ਹੂੰ ਕਿਉਂਕਿ ਉਹਨਾਂ ਲਈ ਇੱਕ ਕਾਮਨ ਹੁੰਦਾ ਬੈਗ ਜਿਹਦੇ ਉੱਤੇ ਦੋਨੋਂ ਪੰਚ ਮਾਰ ਸਕਦੇ ਨੇ। ਸੋ ਪੰਚਿੰਗ ਬੈਗ ਹੁੰਦੇ ਨੇ ਮਾਪੇ, ਹੂੰ ਜਿਹਦੇ ਵਿੱਚ ਪੁੱਤਰ ਨੂੰ ਸਭ ਤੋਂ ਵੱਧ ਸਵਾਦ ਆਉਂਦਾ ਜੇ ਆਪਣੇ ਦਾਦੇ ਦੇ ਨਾਲ ਗੱਲ ਕਰਕੇ, ਮੇਰਾ ਪਾਪਾ ਤਾਂ ਬਿਲਕੁਲ ਗਧਾ ਹੈ। ਉਹ ਦਾਦੇ ਨੇ ਕਹਿਣਾ ਬਿਲਕੁਲ ਯਾਰ, ਇਹ ਤਾਂ ਗਧਿਆਂ ਦਾ ਵੀ ਅਗੋਂ ਸਰਦਾਰ ਆਪਾਂ ਇਹਨੂੰ। ਸੋ ਉਹ ਜਿਹੜਾ ਮਜ਼ਾ ਲੈ ਸਕਦਾ ਹੈ ਨਾ ਬੱਚਾ, ਵੀ ਮੈਨੂੰ ਪਿਓ ਤੋਂ ਝਿੜਕੀਆਂ ਪਰ ਮੈਂ ਉਹਦੀ ਬਦਖੋਈ ਕਰ ਲਈ, ਉਹਦੇ ਪਿਓ ਨਾਲ ਸਮਝ ਸਕਦੇ ਹੋ ਕਿੰਨਾ ਮਿੱਠਾ ਤੇ ਨਿੱਘਾ ਰਿਸ਼ਤਾ ਹੁੰਦਾ। ਤੁਸੀਂ ਦੇਖਦੇ ਹੋਵੋਗੇ ਜੀ ਦਾਦੇ ਪੋਤਿਆਂ ਦਾ ਜਾਂ ਨਾਨੇ ਦੋਤਿਆਂ ਦਾ ਜੋ ਜਿਸ ਤਰੀਕੇ ਦਾ ਉਹ ਨਿੱਘ ਉਹ ਸਾਥ ਹੁੰਦਾ ਜੇ, ਉਸ ਤੋਂ ਪਿਆਰਾ ਕੋਈ ਹੋਰ ਰਿਸ਼ਤਾ ਹੋ ਹੀ ਨਹੀਂ ਸਕਦਾ। ਅਫਸੋਸ ਅਸੀਂ ਉਹ ਰਿਸ਼ਤਿਆਂ ਦੇ ਵਿੱਚ ਇੰਨੀਆਂ ਤਰੇੜਾਂ ਪਾ ਦਿੱਤੀਆਂ, ਬਜ਼ੁਰਗਾਂ ਨੂੰ ਪਰਾਂ ਤੱਕ ਦਿੱਤਾ ਜੇ। ਉਹ ਸੌਗਾਤ ਜੋ ਸਾਡੇ ਕੋਲ ਬੇਸ਼ਕੀਮਤੀ ਸੀ, ਅਸੀਂ ਪਰਾਂ ਤੱਕ ਦਿੱਤੀ। ਕਿਤੇ ਜੇ ਉਹ ਅਸੀਂ ਵਾਪਸ ਨਿੱਘ ਲੈ ਆਈਏ, ਕੀ ਮਜਾਲ ਏ ਕੋਈ ਬੱਚੇ ਦੇ ਮਨ ਵਿੱਚ ਤਰਸ ਦੀ ਭਾਵਨਾ ਨਾ ਹੋਵੇ, ਸਾਂਝ ਦੀ ਭਾਵਨਾ ਨਾ ਹੋਵੇ, ਪਿਆਰ ਤੇ ਮੁਹੱਬਤ ਨਾ ਹੋਵੇ, ਹੋ ਹੀ ਨਹੀਂ ਸਕਦਾ। ਪਰ ਅਸੀਂ ਆਪ ਆਪਣੇ ਮਾਪਿਆਂ ਨੂੰ ਪਰਾਂ ਧੱਕ ਕੇ ਬੱਚੇ ਨੂੰ ਸਿਖਾਉਂਦੇ ਹਾਂ ਕਿ ਤੂੰ ਵੀ ਹੁਣ ਸਾਨੂੰ ਪਰਾਂ ਧੱਕਣਾ ਹੈ। ਤੇ ਜਿਸ ਤਰੀਕੇ ਦਾ ਤੂੰ ਮਨ ਅੰਦਰ ਜ਼ਹਿਰ ਭਰਿਆ, ਉਹ ਜ਼ਹਿਰ ਜਦੋਂ ਉਗਲੇ ਫਿਰ ਅਸੀਂ ਕਿਉਂ ਉਸ ਤੇ ਚੀਕਦੇ ਹਾਂ? ਉਹ ਫਿਰ ਤਾਂ ਜ਼ਰੂਰ ਡੇਰਾ ਪਏਗਾ ਹੀ ਪਏਗਾ। ਤਾਂ ਕਿੰਨਾ ਕੁ ਅਸੀਂ ਉਹਦੇ ਮਨ ਵਿੱਚ ਪਿਆਰ ਭਰਿਆ ਉਹ ਸਾਡੇ ਤੇ ਹੈ, ਕਿੰਨਾ ਕੁ ਅਸੀਂ ਜ਼ਹਿਰ ਭਰ ਛੱਡਿਆ ਸਾਡੇ ਤੇ ਹੈ। ਤੇ ਚੀਕਾਂ ਮਾਰਨ ਦੀ ਲੋੜ ਹੀ ਨਹੀਂ, ਬੀਜਿਆ ਫਲ ਤਾਂ ਉਹੀ ਮਿਲਦਾ। ਜੀ ਬਿਲਕੁਲ, ਤੁਸੀਂ ਬਿਲਕੁਲ ਸਹੀ ਕਿਹਾ ਕਿ ਜੋ ਵੀ ਅਸੀਂ ਬੀਜਾਂਗੇ ਇੱਕ ਨਾ ਇੱਕ ਦਿਨ ਵੱਢਣਾ ਤਾਂ ਸਾਨੂੰ ਹੀ ਪੈਣਾ। ਸੋ ਕੋਸ਼ਿਸ਼ ਕਰੀਏ ਕਿ ਅਸੀਂ ਆਪਣੇ ਬੱਚਿਆਂ ਨੂੰ ਸਹੀ ਸੇਧ ਦਈਏ, ਕੋਸ਼ਿਸ਼ ਕਰੀਏ ਅਸੀਂ ਆਪਣੇ ਪਰਿਵਾਰ ਨੂੰ ਇੱਕ ਤਰੀਕੇ ਨਾਲ ਜੋੜੀ ਰੱਖੀਏ। ਤਾਂ ਤਣਾਅ ਮੁਕਤ ਹੋਣ ਦੇ ਲਈ ਪਰਿਵਾਰ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਹਰ ਇੱਕ ਬੰਦਾ ਕਹਿੰਦਾ ਕਿ ਮੇਰੀ ਤਾਂ ਜੀ ਦਿਮਾਗ ਤੇ ਬੜਾ ਲੋਡ ਹੈ, ਮੈਂ ਤਾਂ ਜੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ, ਮੈਨੂੰ ਤਾਂ ਜੀ ਰਾਤ ਨੂੰ ਨੀਂਦ ਨਹੀਂ ਆਉਂਦੀ। ਤਾਂ ਉਹੀ ਗੱਲ ਕਿ ਅਸੀਂ ਵੱਧ ਤੋਂ ਵੱਧ ਸਮਾਂ ਬਾਹਰ ਦੇਵਾਂਗੇ, ਜ਼ਿਆਦਾ ਤੋਂ ਜ਼ਿਆਦਾ ਸਮਾਂ ਅਸੀਂ ਆਪਣੇ ਫੋਨ ਨੂੰ ਦੇਵਾਂਗੇ ਤਾਂ ਅਸੀਂ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋਵਾਂਗੇ। ਤੇ ਸਾਡੇ ਘਰਾਂ ਦੇ ਵਿੱਚ ਪਲ ਰਹੇ ਜੋ ਬੱਚੇ ਨੇ ਉਹ ਸਾਨੂੰ ਵੇਖਦੇ ਨੇ ਤੇ ਉਹ ਵੀ ਉਹੀ ਰਸਤੇ ਤੇ ਚੱਲਣਗੇ। ਤੇ ਕੱਲ ਨੂੰ ਅਸੀਂ ਉਹਨਾਂ ਨੂੰ ਇਸ ਚੀਜ਼ ਲਈ ਝੜਕ ਨਹੀਂ ਸਕਦੇ ਕਿ ਤੁਸੀਂ ਇਹ ਕੀ ਕਰ ਰਹੇ ਹੋ, ਕਿਉਂਕਿ ਉਹ ਚੀਜ਼ਾਂ ਅਸੀਂ ਆਪਣੇ ਆਪ ਹੀ ਆਪਣੇ ਬੱਚਿਆਂ ਨੂੰ ਵਿਰਾਸਤ ਦੇ ਵਿੱਚ ਦੇ ਰਹੇ ਹਾਂ। ਕਿ ਸਾਡੇ ਨਾਨੇ ਨਾਨੀ ਦਾਦੇ ਦਾਦੀ ਜਾਂ ਸਾਡੇ ਪੁਰਖੇ ਸਾਨੂੰ ਵਿਰਾਸਤ ਦੇ ਵਿੱਚ ਤੰਦਰੁਸਤੀਆਂ ਦੇ ਕੇ ਗਏ ਨੇ, ਪਰ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਦੇ ਵਿੱਚ ਬਿਮਾਰੀਆਂ ਦੇ ਕੇ ਜਾਵਾਂਗੇ। ਇਸ ਲਈ ਜ਼ਰੂਰਤ ਹੈ ਕਿ ਉਹਨਾਂ ਦਾ ਖਾਸ ਧਿਆਨ ਰੱਖਿਆ ਜਾਵੇ। ਕੰਮ ਕਾਜ ਦੇ ਵਿੱਚੋਂ ਵੀ ਸਮਾਂ ਕੱਢ ਕੇ ਉਹਨਾਂ ਦੇ ਨਾਲ ਸਮਾਂ ਜ਼ਰੂਰ ਬਤੀਤ ਕੀਤਾ ਜਾਵੇ ਤਾਂ ਕਿ ਅਸੀਂ ਉਹਨਾਂ ਨੂੰ ਸੋਹਣੀ ਜ਼ਿੰਦਗੀ ਦੇ ਸਕੀਏ। ਮੈਮ ਸਮਾਂ ਸਾਡੇ ਕੋਲੇ 1.5 ਮਿੰਟ ਦਾ ਬਾਕੀ ਬਚਿਆ। 1.5 ਮਿੰਟ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਤੇ ਰਸੋਈ ਦਾ ਕੋਈ ਨਾ ਕੋਈ ਟੋਟਕਾ ਜਿਹੜਾ ਉਹ ਜ਼ਰੂਰ ਦੱਸ ਦਿਓ। ਜੀ ਜ਼ਰੂਰ। ਦੇਖੋ ਇੱਕ ਅਹਿਮ ਚੀਜ਼ ਦੱਸਦੇ ਹਾਂ, ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਜਾਂ ਇਹ ਤੁਸੀਂ ਜ਼ਰੂਰੀ ਤੰਦਰੁਸਤ ਮੈਮ, ਇਹ ਰਹਿਣਾ ਬਹੁਤ ਚਾਹੁੰਦੇ ਹੋ। ਜ਼ਰੂਰੀ ਹੈ। ਹੁਣ ਸਾਰੇ ਦਰਸ਼ਕ ਧਿਆਨ ਦੇ ਨਾਲ ਸੁਣਨਗੇ ਕਿ ਜੇ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਕੀ ਕਰਨਾ ਚਾਹੀਦਾ ਹੈ। ਮੈਂ ਤਾਂ ਖਾਸ ਕਰਕੇ ਜਾਣਨਾ ਚਾਹਾਂਗੀ। ਜੀ ਬਿਲਕੁਲ। ਸੋ ਅਹਿਮ ਗੱਲ ਜੇ ਕਿ ਤੁਸੀਂ ਨਾਸ਼ਤਾ ਕਦੇ ਵੀ ਮਿਸ ਨਹੀਂ ਕਰਨਾ। ਹਾਂ ਸਾਰੇ ਟੱਬਰ ਲਈ ਗੁਣਕਾਰੀ ਜੇ, ਕਿਉਂਕਿ ਉਹਦੇ ਨਾਲ ਬੱਚੇ ਦੀ ਦਿਮਾਗ ਉਸ ਸਮੇਂ ਫੁੱਲ ਐਕਟਿਵ ਰਹੇਗਾ। ਪੂਰੇ ਦਿਨ ਜੋ ਉਹਨੇ ਪੜ੍ਹਨਾ ਲਿਖਣਾ ਸਾਰੇ ਦੇ ਵਿੱਚ ਚੁਸਤ ਦਰੁਸਤ ਰਹੇਗਾ, ਯਾਦਾਸ਼ਤ ਤਗੜੀ ਹੋਏਗੀ। ਤੇ ਤੁਸੀਂ ਜਿਵੇਂ ਨਾਸ਼ਤਾ ਰੱਜ ਕੇ ਕੀਤਾ ਹੋਏ, ਜ਼ਿਆਦਾ ਤੁਹਾਡੇ 'ਚ એનર્ਜੀ ਹੁੰਦੀ ਜੇ, ਜ਼ਿਆਦਾ ਮੂਵਮੈਂਟ ਹੋਏਗੀ, ਤੁਸੀਂ ਛੇਤੀ ਉਹ ਸਾਰੀਆਂ ਚੀਜ਼ਾਂ ਤੁਰ ਕੇ ਕਵਰ ਹੋਗੇ ਬਿਨਾਂ ਦੇ। ਤੇ ਰਾਤ ਨੂੰ ਖਾਣਾ ਤੁਸੀਂ ਗਰੀਬਾਂ ਵਰਗਾ ਕਹਿੰਦੇ ਨੇ ਖਾਇਆ ਕਰੋ, ਵੀ ਤੁਸੀਂ ਸੁੱਕੀ ਰੋਟੀ ਮਿਲ ਗਈ ਤਾਂ ਉਹ ਠੀਕ ਹੈ, ਜਾਂ ਫਿਰ ਤੁਸੀਂ ਸਲਾਦ ਹੀ ਇਕੱਲੇ ਨਾਲ ਸਾਰ ਲਵੋ। ਤੇ ਕਰਕੇ ਦੇਖੋ 3 ਮਹੀਨਿਆਂ ਬਾਅਦ ਤੁਹਾਨੂੰ ਆਪਣੀ ਪਛਾਣ ਨਹੀਂ ਆਣੀ, ਜਿਹੜੇ ਤੇ ਕਿਹੜੀ ਰੌਣਕ ਹੋਣੀ ਜੇ। ਐਨ ਤੁਸੀਂ ਤੰਦਰੁਸਤ, ਬਿਲਕੁਲ ਠੀਕ ਠਾਕ, ਭਾਰ ਘਟਿਆ ਹੋਇਆ ਤੇ ਅੱਧੇ ਤੋਂ ਵੱਧ ਰੋਗ ਮੁਕਤ। ਪਰ ਨਾਸ਼ਤਾ ਹਰ ਹਾਲ ਵਿੱਚ ਕਿਸੇ ਨਾ ਕਿਸੇ ਸ਼ਕਲ ਵਿੱਚ ਰਾਗੀ ਦਾ ਆਟਾ ਜ਼ਰੂਰ ਲੈ ਆਣਾ। ਭਾਵੇਂ ਉਹਦੀ ਤੁਸੀਂ ਪੰਜੀਰੀ ਦੇ 2 ਚਮਚੇ ਖਾ ਲਓ, ਭਾਵੇਂ ਉਹਦਾ ਦਲੀਆ ਬਣਾ ਕੇ ਖਾ ਲਓ, ਭਾਵੇਂ ਫੁਲਕੇ ਦੇ ਰਾਹੀਂ ਖਾ ਲਓ, ਤਾਂ ਰਾਗੀ ਦਾ ਆਟਾ ਜ਼ਰੂਰ ਖਾਓ। ਜੋ ਵੀ ਤੰਦਰੁਸਤ ਹੋਣ, ਭਾਰ ਵੀ ਘਟ ਜਾਣਾ। ਪਰ ਰਾਤ ਸਿਰਫ ਸੈਲਡ ਤੇ ਫਰੂਟਸ ਦੇ ਉੱਤੇ ਹੀ ਸੀਮਤ ਕਰ ਲਵੋ ਤਾਂ ਮਾਤ ਵਾਪਰਦੀ ਹੈ।
ਜੀ ਮੈਮ, ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਹੁਤ ਕੁਝ ਸਿੱਖਿਆ, ਖਾਸ ਕਰਕੇ ਅਸੀਂ ਸਿੱਖਿਆ ਕਿ ਆਖਿਰਕਾਰ ਇੰਨੇ ਕ੍ਰਾਈਮ ਕਿਉਂ ਵੱਧ ਰਹੇ ਨੇ, ਕ੍ਰਾਈਮ ਦੇ ਵਿੱਚ ਸਾਡੇ ਹੀ ਬੱਚੇ ਸ਼ਮੂਲੀਅਤ ਕਿਉਂ ਕਰ ਰਹੇ ਨੇ, ਕੀ ਕਾਰਨ ਹੈ ਜੋ ਸਾਡੇ ਬੱਚੇ ਮਜਬੂਰੀ ਵਸ ਬਾਹਰ ਨੂੰ ਭੱਜ ਰਹੇ ਨੇ, ਕੀ ਘਰਾਂ ਦੇ ਵਿੱਚ ਉਹਨਾਂ ਨੂੰ ਮੋਹ ਪਿਆਰ ਨਹੀਂ ਮਿਲ ਰਿਹਾ, ਕੀ ਘਰਾਂ ਦੇ ਵਿੱਚ ਅਸੀਂ ਉਹ ਚੀਜ਼ਾਂ ਉਹਨਾਂ ਦੇ ਹੱਥਾਂ ਦੇ ਵਿੱਚ ਦੇ ਰਹੇ ਹਾਂ, ਉਹ ਮਜਬੂਰ ਨੇ ਸਿਰਫ ਉੱਥੋਂ ਤੱਕ ਸੀਮਿਤ ਰਹਿਣ ਦੇ ਲਈ। ਖੇਡਾਂ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ। ਹਰ ਇੱਕ ਇਨਸਾਨ ਨੇ ਸਰੀਰਕ ਸਿੱਖਿਆ ਦਾ ਸਬਜੈਕਟ ਤਾਂ ਜ਼ਰੂਰ ਪੜ੍ਹਿਆ ਹੋਏਗਾ, ਤਾਂ ਉਦੋਂ ਸਾਨੂੰ ਬੜਾ ਸੌਖਾ ਵੀ ਲੱਗਦਾ ਸੀ ਕਿਉਂਕਿ ਛੋਟੀ ਜਿਹੀ ਕਿਤਾਬ ਹੁੰਦੀ ਸੀ, ਸਾਰੇ ਸਬਜੈਕਟ ਦੇ ਵਿੱਚੋਂ ਆਪਾਂ ਸਾਰੇ ਉਹਦੇ ਵਿੱਚ ਹੀ ਜ਼ਿਆਦਾ ਨੰਬਰ ਲੈਂਦੇ ਸੀਗੇ, ਮੈਨੂੰ ਯਾਦ ਆ। ਸੋ ਉਹਦੇ ਵਿੱਚ ਇਹੀ ਸਾਡੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਸੀ ਕਿਉਂਕਿ ਅਸੀਂ ਇਹ ਕਰਦੇ ਸੀ, ਅਸੀਂ ਉਹ ਗੇਮਸ, ਅਸੀਂ ਉਹ ਖੇਡਾਂ, ਸਾਡੇ ਜੋ ਪੀਟੀ ਟੀਚਰ ਹੁੰਦੇ ਸੀ ਉਹ ਸਾਰਾ ਕੁਝ ਸਾਨੂੰ ਕਰਵਾਉਂਦੇ ਸੀ, ਡਰਿਲ ਸਾਨੂੰ ਕਰਵਾਈ ਜਾਂਦੀ ਸੀ, ਕਸਰਤਾਂ ਸਾਨੂੰ ਕਰਵਾਈਆਂ ਜਾਂਦੀਆਂ ਸੀ। ਪਰ ਅਸੀਂ ਘਰਾਂ ਦੇ ਵਿੱਚ ਵੀ ਜਦੋਂ ਆਉਂਦੇ ਸੀ, ਟਿਊਸ਼ਨ ਵਗੈਰਾ ਵਰਗੀ ਕੋਈ ਚੀਜ਼ ਨਹੀਂ ਸੀ ਕਿਉਂਕਿ ਸਕੂਲ ਦੇ ਵਿੱਚ ਪੜ੍ਹਾਈਆਂ ਹੀ ਇੰਨੀਆਂ ਵਧੀਆ ਹੁੰਦੀਆਂ ਸੀ ਕਿ ਕਿਸੇ ਵੀ ਬੱਚੇ ਨੂੰ ਟਿਊਸ਼ਨ ਰੱਖਣ ਦੀ ਜ਼ਰੂਰਤ ਨਹੀਂ ਸੀ ਪੈਂਦੀ। ਤਾਂ ਉਹ ਸਮਾਂ ਹੁੰਦਾ ਸੀ ਕਿ ਜਦੋਂ ਅਸੀਂ ਆਪਣੇ ਦੋਸਤਾਂ ਦੇ ਨਾਲ ਸਮਾਂ ਬਤੀਤ ਕਰਦੇ ਸੀ, ਉਹਨਾਂ ਦੇ ਨਾਲ ਖੇਡਦੇ ਸੀ, ਥੱਕ ਹਾਰ ਕੇ ਘਰ ਆਉਣਾ, ਘਰ ਆ ਕੇ ਰੋਟੀ ਖਾਣੀ, ਜਿਹਦਾ ਸਕੂਲ ਦਾ ਬੱਚਾ ਕੋਈ ਕੰਮ ਹੋਣਾ ਉਹ ਕਰਨਾ, ਤੇ ਆਰਾਮ ਦੇ ਨਾਲ 8-9 ਵਜੇ ਨੂੰ ਸੌ ਜਾਣਾ ਤੇ ਸਵੇਰੇ 6 ਵਜੇ ਦੇ ਨਾਲ ਹੀ ਉੱਠ ਜਾਣਾ, ਸਕੂਲ ਦੇ ਲਈ ਤਿਆਰ ਹੋਣਾ। ਪਰ ਹੁਣ ਸਾਰੇ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਨੇ। ਜੇ ਅਸੀਂ ਇੱਕ ਟੱਬਰ ਦੇ ਵਿੱਚ ਵੀ ਬਹਿੰਦੇ ਹਾਂ, ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਤਾਂ ਸਾਰੇ ਜੀਆਂ ਦੇ ਹੱਥਾਂ ਦੇ ਵਿੱਚ ਆਪੋ ਆਪਣੇ ਮੋਬਾਈਲ ਫੋਨ ਹੋਣਗੇ। ਜੇਕਰ ਕੋਈ ਰਿਸ਼ਤੇਦਾਰ ਵੀ ਆ ਜਾਵੇ ਤਾਂ ਅਸੀਂ ਉਹਨਾਂ ਨੂੰ ਸਮਾਂ ਨਹੀਂ ਦਿੰਦੇ ਕਿਉਂਕਿ ਅਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਫੇਸਬੁੱਕ ਵਾਲੇ ਦੋਸਤਾਂ ਦੇ ਨਾਲ, ਵਟਸਐਪ ਵਾਲੇ ਦੋਸਤਾਂ ਦੇ ਨਾਲ, ਦੂਰ ਦੁਰਾਡੇ ਜਿਨ੍ਹਾਂ ਦੇ ਨਾਲ ਮਾੜਾ ਮੋਟਾ ਲਿੰਕ ਹੁੰਦਾ ਉਹ ਵੀ ਫੋਨ ਦੇ ਜ਼ਰੀਏ ਹੀ, ਉਹਨਾਂ ਦੇ ਨਾਲ ਜ਼ਿਆਦਾ ਬਿਜ਼ੀ ਰਹਿੰਦੇ ਆ। ਜੋ ਇਨਸਾਨ ਸਾਡੇ ਕੋਲ ਬੈਠਾ ਹੈ ਉਸ ਦੀ ਵੈਲਿਊ ਅਸੀਂ ਬਿਲਕੁਲ ਹੀ ਖਤਮ ਕਰ ਦਿੱਤੀ ਹੈ। ਇਹ ਵੈਲਿਊ ਖਤਮ ਕਰਨਾ ਹੀ ਹੈ ਜੋ ਸਾਡੇ ਲਈ, ਸਾਡੇ ਰਿਸ਼ਤਿਆਂ ਦੇ ਲਈ ਦਰਾੜ ਪੈਦਾ ਕਰ ਰਿਹਾ ਹੈ। ਸੋ ਦਰਸ਼ਕਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੇ ਜੀਵਨ ਦੇ ਵਿੱਚ ਐਸੇ ਸੁਧਾਰ ਜ਼ਰੂਰ ਕੀਤੇ ਜਾਣ ਜਿਸ ਦੇ ਨਾਲ ਸਾਡੇ ਜਿਹੜੇ ਰਿਸ਼ਤੇ ਨੇ ਉਹ ਜ਼ਰੂਰ ਬਚ ਸਕਣ। ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਿਆ, ਤੁਸੀਂ ਇਸ ਤੋਂ ਕੀ ਸੁਝਾਅ ਲਿਆ, ਜਾਂ ਫਿਰ ਇਸ ਪ੍ਰੋਗਰਾਮ ਦੇ ਬਾਬਤ ਤੁਹਾਡਾ ਕੋਈ ਸਵਾਲ ਜਾਂ ਸੁਝਾਅ ਹੋਵੇ ਉਹ ਵੀ ਤੁਸੀਂ ਸਾਨੂੰ ਕਮੈਂਟਸ ਦੇ ਜ਼ਰੀਏ ਜ਼ਰੂਰ ਦੱਸਣਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਕਿਛ ਸੁਣੀਏ ਕਿਛ ਕਹੀਏ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ।